ਸਤਨਾਮ ਵਾਹਿਗੁਰੂ ਸਾਹਿਬ ਜੀ। ਕਾਲ ਸਮੁੰਦਰ ਭਏ ਰੂਪ ਪ੍ਰਗਟ, ਹਰ ਨਾਮ ਉਦਾਹਰਣ। ਬਸੈ ਸੰਤ ਜਿਸ ਹਿਰਦੈ, ਦੁਖ ਦਾਰਿਦਰ ਨਿਵਾਰਣ। ਨਿਰਮਲ ਭੇਖ ਅਪਾਰ, ਤਾਸ ਬਿਨ ਅਵਰ ਨਾ ਕੋਈ। ਮਨ ਬਚ ਜਿਨ ਜਾਣਿਓ, ਭਇਓ ਤੇ ਸੰਸਰ ਸੋਈ। ਧਰਨ ਗਗਨ ਨਵਖੰਡ ਮਹਿ, ਜੋਤ ਸਭ ਰੂਪੀ ਰਹਿਓ ਭਰ। ਭਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਰਿ। ਭਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਰਿ। ਜੁਗੋ ਜੁਗ ਅਟਲ ਚਬਰ ਛਤਰ, ਤਖਤ ਵਕਤ ਦੇ ਮਾਲਕ, ਸ਼ਬਦ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਜੁੜ ਮਿਲ ਬੈਠੇ ਸਤਿਕਾਰਯੋਗ ਸਤ ਸੰਗੀ ਜਨੋ, ਪੰਚਮ ਗੁਰਦੇਵ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੀ ਅਦੁੱਤੀ ਸ਼ਹਾਦਤ ਨੂੰ ਯਾਦ ਕਰਦਿਆਂ ਹੋਇਆਂ ਸਾਰੀਆਂ ਸੰਗਤਾਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਮੁਬਾਰਕ ਗੋਦ ਦੇ ਅੰਦਰ ਜੁੜ ਮਿਲ ਬੈਠੇ ਹਾਂ। ਸਰਬੱਤ ਸੰਗਤਾਂ ਨੇ ਸਹਿਯੋਗ ਦੇ ਕੇ ਪ੍ਰਬੰਧਕਾਂ ਦੇ ਉਪਰਾਲੇ ਸਦਕਾ ਪਰਸੋਂ ਗੁਰਦੁਆਰਾ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਪ੍ਰਕਾਸ਼ ਹੋਏ, ਭੋਗ ਪਾਏ ਗਏ ਨੇ। ਅਤੇ ਉਸ ਤੋਂ ਉਪਰੰਤ ਕੁਝ ਕੁ ਸਮਾਂ ਆਪਾਂ ਰਲ ਮਿਲ ਕੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੀ ਸ਼ਹਾਦਤ, ਉਸ ਦੇ ਸੰਬੰਧ ਦੇ ਵਿੱਚ ਅਤੇ ਕੁਝ ਹੋਰ ਨੁਕਤੇ ਜੋ ਵਿਚਾਰਨਯੋਗ ਨੇ ਉਹਨਾਂ ਵੱਲ ਧਿਆਨ ਕਰਨ ਦਾ ਯਤਨ ਕਰਨਾ ਹੈ। ਸੋ ਬੇਨਤੀ ਕਰਾਂ ਮੈਂ ਸਰਬੱਤ ਸੰਗਤਾਂ ਨੂੰ, ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਹੋਇਆਂ ਆਓ ਸਤਿਗੁਰਾਂ ਜੀ ਦੀ ਹਜ਼ੂਰੀ ਦੇ ਵਿੱਚ ਜੁੜ ਮਿਲ ਬੈਠਣ ਦਾ ਯਤਨ ਕਰੀਏ। ਜਿੰਨੇ ਵੀ ਵੀਰ ਭੈਣਾਂ ਘਰਾਂ ਦੇ ਵਿੱਚ ਨੇ, ਕੰਮਾਂ ਕਾਜਾਂ ਨੂੰ ਸੰਕੋਚਦਿਆਂ ਹੋਇਆਂ ਪਹੁੰਚਣ ਦਾ ਯਤਨ ਕਰੋ, ਜਾਂ ਜੋ ਵੀਰ ਭੈਣਾਂ ਬਿਨਾਂ ਕਿਸੇ ਡਿਊਟੀ, ਬਿਨਾਂ ਕਿਸੇ ਕੰਮ ਤੋਂ ਬਾਹਰ ਬੈਠੇ ਨੇ,
ਜਾਂ ਤੁਰ ਫਿਰ ਰਹੇ ਨੇ। ਸੋ ਬੇਨਤੀ ਕਰਾਂ ਮੈਂ ਗੁਰੂ ਕੀ ਹਜ਼ੂਰੀ ਵਿੱਚ ਸਜਣ ਦੀ ਕਿਰਪਾਲਤਾ ਕਰੋ। ਇਹ ਸਿਰਫ ਸਮਾਗਮ 3 ਦਿਨ ਦੇ ਰੌਣਕ ਮੇਲੇ ਨਹੀਂ, ਆਪਣੇ ਇਤਿਹਾਸ ਨੂੰ, ਬੀਤੇ ਹੋਏ ਕੱਲ੍ਹ ਨੂੰ ਯਾਦ ਕਰਨ ਦੇ ਲਈ, ਉਹਨਾਂ ਦੁੱਖਾਂ ਬਾਰੇ, ਉਹਨਾਂ ਤਸੀਹਿਆਂ ਬਾਰੇ ਜਾਣਕਾਰੀ ਲੈਣ ਦੇ ਲਈ ਸਮਾਗਮ ਉਲੀਕੇ ਜਾਂਦੇ ਨੇ, ਤਾਂ ਜੋ ਬੱਚੇ ਬੈਠਣਗੇ, ਪਤਾ ਲੱਗੇਗਾ, ਜਾਣਕਾਰੀ ਵਧੇਗੀ, ਸਾਨੂੰ ਆਪਣੇ ਅੱਜ ਦੇ ਦਿਨ ਦਾ ਬੀਤਿਆ ਹੋਇਆ ਜਿਹੜਾ ਸਮਾਂ ਹੈ ਯਾਦ ਆਵੇਗਾ। ਅਤੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੀ ਸ਼ਹੀਦੀ ਨੂੰ ਆਪਾਂ ਨੇ ਸਮਝਣਾ ਹੈ ਵੀ ਜੋ ਵੀ ਕਾਰਨ ਵਾਪਰੇ, ਜੋ ਗੱਲਾਂ ਹੋਈਆਂ, ਕਿਹਨਾਂ ਕਾਰਨਾਂ ਕਰਕੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੂੰ ਸ਼ਹੀਦੀ ਦੇਣੀ ਪਈ, ਉਹ ਬੜੀਆਂ ਵਿਚਾਰਾਂ ਨੇ ਜੋ ਆਪਾਂ ਵਿਸਥਾਰ ਸਹਿਤ ਸਮਝਾਂਗੇ। ਸਤਿਗੁਰੂ ਰਹਿਮਤ ਕਰਨ, ਭੱਟ ਮਥੁਰਾ ਜੀ ਦੇ ਕੁਝ ਪਾਵਨ ਬੋਲ ਨੇ, 2 ਕੁ ਬੋਲ ਆਪਾਂ ਸਾਂਝੇ ਕਰ ਲਈਏ। ਜਦੋਂ ਉਹਨਾਂ ਨੇ ਸਵਈਏ ਉਚਾਰਨ ਕੀਤੇ ਨੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੇ ਸੰਬੰਧ ਦੇ ਵਿੱਚ, ਅਤੇ ਬੜੀ ਪਿਆਰੀ ਗੱਲ ਉਹਨਾਂ ਨੇ ਲਿਖੀ ਵੀ ਸਾਨੂੰ ਗੁਰੂ ਅਰਜਨ ਸਾਹਿਬ ਪ੍ਰਤੱਖ ਹਰੀ ਲੱਗਦਾ ਹੈ। ਅਤੇ ਉਹਨਾਂ ਪਾਵਨ ਬਚਨਾਂ ਦੇ ਨਾਲ ਆਪਾਂ ਸਾਂਝ ਪਾਈਏ। ਸਰਬੱਤ ਸੰਗਤਾਂ ਨੇ ਸਾਥ ਦੇਣਾ, ਮਨ ਬਿਰਤੀਆਂ ਇਕਾਗਰ ਕਰੀਏ, ਗੁਰਬਾਣੀ ਦੇ ਨਾਲ ਪਕੜ ਮਜ਼ਬੂਤ ਕਰੀਏ। ਸਾਰੇ ਬੋਲਿਓ। ਤਰਨ ਗਗਨ ਨਵ ਖੰਡ ਮਹਿ, 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 ਜੋਤ ਸਵਰੂਪੀ ਰਹਿਓ ਪਰ, ਜੋਤ ਸਵਰੂਪੀ ਰਹਿਓ ਪਰ, ਜੋਤ ਸਵਰੂਪੀ ਰਹਿਓ ਪਰ, ਜੋਤ ਸਵਰੂਪੀ ਰਹਿਓ ਪਰ, ਭੰਨ ਮਥੁਰਾ ਕਛ ਭੇਦ ਨਹੀਂ, 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 ਗੁਰ ਅਰਜੁਨ ਪ੍ਰਤੱਖ ਹਰਿ, ਗੁਰ ਅਰਜੁਨ ਪ੍ਰਤੱਖ ਹਰਿ, ਗੁਰ ਅਰਜੁਨ ਪ੍ਰਤੱਖ ਹਰਿ, ਗੁਰ ਅਰਜੁਨ ਪ੍ਰਤੱਖ ਹਰਿ, ਆਓ ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰ ਲਈਏ। ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦੋਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੀ ਸ਼ਹੀਦੀ ਦੇ ਕਾਰਨਾਂ ਨੂੰ ਸਮਝਦੇ ਹਾਂ ਤਾਂ ਬੜੇ ਕਾਰਨ ਉਹਨਾਂ ਦੇ ਜੀਵਨ 'ਤੇ ਲਿਖੇ ਜਾਂਦੇ ਨੇ। ਵਿਦਵਾਨਾਂ ਵੱਲੋਂ ਵੱਖ-ਵੱਖ ਰਾਏ ਹੈ ਜੋ ਲੇਖ ਲਿਖੇ ਜਾਂਦੇ ਨੇ। ਅਨੇਕਾਂ ਕਾਰਨ ਸਾਡੇ ਸਾਹਮਣੇ ਆਉਂਦੇ ਨੇ। ਕੋਈ ਕਿਵੇਂ ਲਿਖਦਾ ਹੈ, ਕੋਈ ਕਿਵੇਂ ਲਿਖਦਾ ਹੈ। ਸਕੂਲ ਦੇ ਵਿੱਚ ਬੱਚਿਆਂ ਨੂੰ ਵੀ ਪੜ੍ਹਾਏ ਜਾਂਦੇ ਨੇ। ਅਤੇ ਜਿਹੜੀ ਬੜੀ ਅਹਿਮ ਗੱਲ ਆ, ਤੁਸੀਂ ਗੌਰ ਨਾਲ ਸੋਚਿਓ ਵੀ ਜਿਹੜੇ ਜਿਹੜੇ ਕਾਰਨ ਸਾਨੂੰ ਹੁਣ ਤੱਕ ਦੱਸੇ ਗਏ ਵੀ ਬਾਬਾ ਪਿਰਥੀ ਚੰਦ ਨੇ ਵਿਰੋਧ ਕੀਤਾ ਜਾਂ ਚੰਦੂ ਸ਼ਾਹ ਆਪਣੀ ਬੇਟੀ ਦਾ ਰਿਸ਼ਤਾ ਮੁੜਨ ਕਰਕੇ ਗੁਰੂ ਅਰਜਨ ਸਾਹਿਬ ਦਾ ਵਿਰੋਧ ਕਰਦਾ ਹੈ, ਕਈ ਅਨੇਕਾਂ ਹੋਰ ਵੀ ਕਾਰਨ ਨੇ।
ਪਰ ਜਦੋਂ ਉਹਨਾਂ ਗੱਲਾਂ ਨੂੰ ਸ਼ਹਾਦਤ 'ਤੇ ਫਿੱਟ ਰੱਖ ਕੇ ਦੇਖਾਂਗੇ ਨਾ ਤਾਂ ਉਹ ਜਿਹੜੀਆਂ ਗੱਲਾਂ ਨੇ ਬੜੀਆਂ ਛੋਟੀਆਂ ਰਹਿ ਜਾਂਦੀਆਂ ਨੇ। ਸ਼ਹਾਦਤ ਬਹੁਤ ਵੱਡੀ ਹੈ ਪਰ ਉਹ ਕਾਰਨ ਬਹੁਤ ਛੋਟੇ ਨੇ। ਤੁਸੀਂ ਵੇਖਿਓ ਅੱਜ ਵੀ ਸਮਾਜ ਵਿੱਚ ਵਾਪਰ ਜਾਂਦਾ ਵੀ ਜੇ ਕਦੇ ਕੋਈ ਰਿਸ਼ਤਾ ਆਇਆ ਹੋਵੇ ਸਾਡੇ ਧੀ ਪੁੱਤਰ ਨੂੰ, ਵੀ ਅਸੀਂ ਕਰ ਦਈਏ ਮਨਾ ਵੀ ਸਾਨੂੰ ਪਸੰਦ ਨਹੀਂ, ਅਸੀਂ ਲੈਣਾ ਨਹੀਂ, ਵੀ ਕੋਈ ਮਾਰਨ ਤੱਕ ਥੋੜ੍ਹੀ ਜ਼ਿਆਦਾ ਠੀਕ ਹੈ, ਗੁੱਸਾ ਗਿਲਾ ਹੋ ਜਾਂਦਾ ਹੈ ਵੀ ਬੰਦਾ ਮਾਰ ਦਈਏ, ਇਹਦਾ ਕੋਈ ਇਨਸਾਫ ਨਹੀਂ ਹੈ ਨਾ, ਇਹ ਤਾਂ ਕੋਈ ਨਿਆਂ ਨਹੀਂ ਹੈ। ਅਤੇ ਜੇ ਕਿਤੇ ਬਾਬਾ ਪਿਰਥੀ ਚੰਦ ਵੀ ਵਿਰੋਧ ਕਰਦਾ ਹੈ, ਉਹ ਵੀ ਕਿਤੇ ਨਾ ਕਿਤੇ ਕੁਝ ਹੱਦ ਤੱਕ ਆ ਵੀ ਉਹ ਜਿਹੜਾ ਗੱਦੀ ਦਾ ਹੱਕਦਾਰ ਆਪਣੇ ਆਪ ਨੂੰ ਸਮਝਦਾ ਹੈ, ਪੱਗ ਲੈਣੀ ਚਾਹੁੰਦਾ ਹੈ, ਗੱਦੀ 'ਤੇ ਬੈਠਣਾ ਚਾਹੁੰਦਾ ਹੈ, ਹੋਰ ਇਦੋਂ ਜ਼ਿਆਦਾ ਵਿਰੋਧ ਨਹੀਂ ਹੈ ਉਹਦਾ ਕੋਈ। ਜਦੋਂ ਸਾਰਾ ਕੁਝ ਵੇਖਦੇ ਹਾਂ ਤਾਂ ਜਿਨ੍ਹਾਂ ਸੋਚਾਂ ਦਾ, ਜਿਹੜੀਆਂ ਤਾਕਤਾਂ ਦਾ ਜ਼ੋਰ ਲੱਗਿਆ ਹੋਇਆ ਹੈ, ਸਮੇਂ ਦੀਆਂ ਹਕੂਮਤਾਂ ਅਤੇ ਚੱਲ ਰਹੀਆਂ ਸਮੇਂ ਦੀਆਂ ਜੋ ਧਾਰਮਿਕ ਵਿਚਾਰਧਾਰਾ ਨੇ, ਬੜਾ ਅੱਤ ਦਾ ਜ਼ੋਰ ਉਹਨਾਂ ਦਾ ਲੱਗਿਆ ਹੋਇਆ ਹੈ। ਅਤੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੇ ਜੀਵਨ ਦੇ ਵਿੱਚ ਸਭ ਤੋਂ ਮਹਾਨ ਕਾਰਜ ਕਹਿ ਲਈਏ, ਸਭ ਤੋਂ ਵੱਡਾ ਮੀਲ ਪੱਥਰ ਉਹ ਹੈ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਸੰਪਾਦਨਾ। ਬਾਣੀ ਇਕੱਤਰ ਕਰਕੇ ਇਹਨੂੰ ਮੁੰਦਣਾ, ਸੰਪਾਦਨਾ ਕਰਨੀ, ਪਬਲਿਸ਼ ਕਰਨਾ। ਅਤੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਜਿਹੜਾ ਸਭ ਤੋਂ ਵੱਡਾ ਕਾਰਜ ਕੀਤਾ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਸੰਪਾਦਨਾ। ਅਤੇ ਗੌਰ ਫਰਮਾਇਓ ਵੀ ਸਭ ਤੋਂ ਵੱਡਾ ਕਾਰਨ ਉਹਨਾਂ ਦੀ ਸ਼ਹੀਦੀ ਦਾ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਹੀ ਬਣਿਆ। ਹੁਣ ਅਸੀਂ ਸੋਚੀਏ ਵੀ ਗੁਰੂ ਗ੍ਰੰਥ ਸਾਹਿਬ ਕਿਸੇ ਦੀ ਸ਼ਹੀਦੀ ਦਾ ਕਾਰਨ ਕਿਵੇਂ ਬਣ ਜਾਂਦਾ ਹੈ, ਪਰ ਬਣਿਆ। ਜਦੋਂ ਇਹਨਾਂ ਗੱਲਾਂ ਨੂੰ ਤੁਸੀਂ ਪੜ੍ਹਨ ਲੱਗੋਗੇ, ਵਿਚਾਰਨ ਲੱਗੋਗੇ, ਇੱਕ ਕੜੀ ਵਿੱਚ ਸਮਝੋਗੇ ਉਹਨਾਂ ਸਮਿਆਂ ਨੂੰ ਅਤੇ ਅੱਜ ਨੂੰ ਵੀ, ਤਾਂ ਵਿਰੋਧੀਆਂ ਨੂੰ ਇੱਕ ਚੀਜ਼ ਚੁੱਭਦੀ ਹੈ, ਉਹ ਹੈ ਸਿਰਫ ਅਤੇ ਸਿਰਫ ਬਾਣੀ। ਹੋਰ ਨਹੀਂ, ਸਾਨੂੰ ਭਾਵੇਂ ਦੀ ਕਦਰ ਨਾ ਹੋਵੇ ਪਰ ਉਹ ਪਹਿਲਾਂ ਪਹਿਚਾਣ ਲੈਂਦੇ ਨੇ, ਪਹਿਲਾਂ ਸਮਝ ਲੈਂਦੇ ਨੇ। ਸਾਨੂੰ ਬਾਅਦ 'ਚ ਪਰਖ ਆਉਂਦੀ ਆ, ਦੁਸ਼ਮਣ ਸਾਡਾ ਪਹਿਲਾਂ ਪਰਖ ਲੈਂਦਾ ਵੀ ਇਹਨਾਂ ਕੋਲ ਚੀਜ਼ ਕੀ ਹੈ। ਸਭ ਤੋਂ ਵੱਡਾ ਕਾਰਜ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਸੰਪਾਦਨਾ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਕੀਤੀ। ਇਤਿਹਾਸ ਦੇ ਵਿੱਚੋਂ ਕੁਝ ਬਚਨ ਸਮਝਾਂਗੇ ਆਪਾਂ ਵੀ ਕਾਰਨ ਕਿਉਂ ਬਣੇ, ਵੀ ਇੰਨੇ ਦੁਖੀ ਕਿਉਂ ਹੋ ਗਏ। ਕਾਨੇ, ਪੀਲੂ, ਛੱਜੂ ਵਰਗੇ ਬੰਦੇ ਜਿਹੜੇ ਕਿਉਂ ਜਹਾਂਗੀਰ ਕੋਲ ਜਾ ਕੇ ਸ਼ਿਕਾਇਤਾਂ ਦਰਜ ਕਰਾਉਂਦੇ ਨੇ, ਕਿਉਂ ਇੱਥੇ ਸਖੀ ਸਰਵਰੀਏ ਜ਼ੋਰ ਲਾ ਰਹੇ ਨੇ, ਕਾਹਤੋਂ? ਸਖੀ ਸਰਵਰੀਏ ਸਮਝਦੇ ਹੋ, ਜਿਨ੍ਹਾਂ ਨੂੰ ਆਪਾਂ ਅੱਜ ਘਰਾਂ ਦੇ ਵਿੱਚ ਆਲੇ ਦੁਆਲੇ ਮੰਨਣ ਦਾ ਜਿਹੜਾ ਤੌਰ ਤਰੀਕਾ ਸਾਡਾ ਹੈ ਨਾ, ਸਖੀ ਸਰਵਰੀਏ ਮਤਲਬ ਜਿਹੜੇ ਆ ਵਿਚਾਰਧਾਰਾ ਚੱਲਦੀ ਹੈ, ਇੱਕ ਨਿਗਾਹੇ ਤੋਂ ਹੋ ਗਏ, ਇੱਕ ਮਾਝੇ ਦੇ ਵਿੱਚ ਸ਼ੇਖ ਫਤਿਹ ਦੀ ਜਗ੍ਹਾ ਬਣੀ ਹੋਈ ਹੈ, ਇਹਨਾਂ ਨੂੰ ਸਖੀ ਸਰਵਰੀਏ ਕਿਹਾ ਜਾਂਦਾ ਹੈ। ਅਤੇ ਉਦੋਂ ਵੀ ਬੜਾ ਜ਼ੋਰ ਸੀ ਇਹਨਾਂ ਦਾ, ਇਹਨਾਂ ਨੇ ਵੀ ਜਹਾਂਗੀਰ ਤੱਕ ਵਾਹ ਲਾਈ ਵੀ ਹੋ ਸਕੇ ਤਾਂ ਇਹ ਜਿਹੜਾ ਗੁਰੂ ਅਰਜਨ ਹੈ ਖਤਮ ਹੋਣਾ ਚਾਹੀਦਾ ਹੈ। ਕਿਉਂ? ਕਿਉਂਕਿ ਇਹਨਾਂ ਦੇ ਵੱਡੇ ਵੱਡੇ ਥੰਮ ਨੇ ਜਿਹੜੇ ਉਹ ਗੁਰੂ ਘਰ ਦੇ ਪ੍ਰਚਾਰਕ ਬਣ ਗਏ। ਭਾਈ ਬਹਿਲੋ ਜੀ ਵਰਗੇ, ਮਾਲਵੇ ਦਾ ਰਹਿਣ ਵਾਲਾ ਭਾਈ ਬਹਿਲੋ ਹੈ, ਭਾਈ ਮੰਝ, ਉਹ ਜਿਹੜੇ ਇਹਨਾਂ ਦੇ ਥੰਮ ਸਨ, ਵੱਡੇ ਅਖਵਾਉਣ ਵਾਲੇ ਇਹਨਾਂ ਦੇ ਆਗੂ ਸਨ, ਜਿਹੜੇ ਲੋਕਾਂ ਨੂੰ ਜੋੜਦੇ ਸੀ ਨਾਲ, ਸਖੀ ਸਰਵਰੀਆਂ ਦਾ ਪ੍ਰਚਾਰ ਕਰਦੇ ਸੀ ਘਰਾਂ ਘਰਾਂ ਦੇ ਵਿੱਚ ਅਤੇ ਲੋਕਾਂ ਨੂੰ ਜੋੜਦੇ ਸੀ। ਪਰ ਉਹ ਥੰਮ ਜਿਹੜੇ ਗੁਰੂ ਅਰਜਨ ਸਾਹਿਬ ਦੇ ਉਪਾਸ਼ਕ ਬਣੇ, ਗੁਰੂ ਘਰ ਦੇ ਪ੍ਰਚਾਰਕ ਬਣ ਗਏ, ਭਾਈ ਬਹਿਲੋ ਜੀ ਵਰਗੇ। ਅਗਲੇ ਦੁਖੀ ਹੋ ਵੀ ਸਾਡੇ ਆਗੂ ਅਖਵਾਉਣ, ਲੋਕਾਂ ਦੀ ਕੀ ਵਾਹ ਹੈ, ਸਾਡੇ ਤਾਂ ਆਗੂ ਅਖਵਾਉਣ ਵਾਲੇ ਜਿਹੜੇ ਜਾਣਕਾਰ ਵੀ ਨੇ, ਜਿਹੜੇ ਸਾਡਾ ਪ੍ਰਚਾਰ ਕਰਦੇ ਨੇ, ਉਹ ਗੁਰੂ ਅਰਜਨ ਸਾਹਿਬ ਨਾਲ ਰਲ ਗਏ। ਉਹਨਾਂ ਨੂੰ ਦੁੱਖ ਲੱਗਿਆ। ਅਤੇ ਦੂਸਰੀ ਗੱਲ, ਗੁਰਬਾਣੀ ਦੇ ਵਿੱਚ ਤੁਸੀਂ ਬਾਬਾ ਨਾਮਦੇਵ ਸਾਹਿਬ ਦੀ ਹਕੀਕਤ ਦਰਜ ਆ, ਵਿਸਥਾਰ ਸਹਿਤ ਦੱਸਦੇ ਨੇ। ਕਦੇ ਵੀ ਤੁਸੀਂ
ਫੀਲਿੰਗ ਲੈ ਕੇ ਗੁਰਬਾਣੀ ਨੂੰ ਸਮਝਿਓ, ਬਹੁਤ ਕੁਝ ਪਤਾ ਲੱਗਦਾ। ਜਿੰਨਾ ਟਾਈਮ ਫੀਲਿੰਗ ਨਹੀਂ ਹੈ ਨਾ, ਬਾਣੀ ਸਮਝ ਨਹੀਂ ਆਉਂਦੀ। ਉਹਨਾਂ ਨੇ ਆਪਣੇ ਨਾਲ ਹੱਡ ਬੀਤੀ ਗੁਰਬਾਣੀ ਵਿੱਚ ਦਰਜ ਕੀਤੀ ਹੈ, ਪੜ੍ਹਨ ਵਾਲੇ ਵੀਰ ਜਾਣਦੇ ਨੇ। ਕਹਿੰਦੇ ਇਹ ਪੰਡੀਆ ਮੋਕੋ ਢੇਡ ਕਹਿਤ, ਤੇਰੀ ਪੈਜ ਪਿਛਾਉਂਦੀ ਹੋਇਲਾ। ਕਹਿੰਦੇ ਇਹ ਪੰਡੀਆ ਹੈ ਨਾ ਜਿਹੜਾ ਆਪਣੇ ਆਪ ਨੂੰ ਧਰਮ ਦਾ ਆਗੂ ਅਖਵਾਉਂਦਾ ਹੈ, ਰੱਬ ਦੇ ਬਰਾਬਰ ਸਮਝਦਾ ਹੈ, ਜਿਹੜਾ ਕਹਿੰਦਾ ਵੀ ਪੜ੍ਹਾਈ ਜਿਹੜੀ ਐਜੂਕੇਸ਼ਨ ਹੈ ਸਿਰਫ ਮੇਰੇ ਕੋਲ ਹੋਣੀ ਚਾਹੀਦੀ ਹੈ, ਕੋਈ ਨੀਵੀਂ ਜ਼ਾਤ ਵਾਲਾ ਪੜ੍ਹ ਵੀ ਨਹੀਂ ਸਕਦਾ ਅਤੇ ਰੱਬ ਦਾ ਨਾਮ ਲੈ ਵੀ ਨਹੀਂ ਸਕਦਾ। ਜੇ ਕੋਈ ਰੱਬ ਦਾ ਨਾਮ ਸੁਣ ਵੀ ਲੈਂਦਾ ਹੈ, ਸਿੱਕਾ ਜਿਹੜਾ ਘੋਲ ਕੇ ਉਹਦੇ ਕੰਨ ਵਿੱਚ ਪਾ ਦਿੱਤਾ ਜਾਵੇ, ਅਤੇ ਜੇ ਕੋਈ ਰੱਬ ਦਾ ਨਾਮ ਲੈਂਦਾ ਵੀ ਉਹਦੀ ਜ਼ੁਬਾਨ ਕੱਟ ਦਿੱਤੀ ਜਾਵੇ। ਕਹਿੰਦੇ ਸਾਨੂੰ ਤਾਂ ਮੰਦਰ ਦੇ ਵਿੱਚੋਂ ਢੇਡ ਕਹਿ ਕੇ ਧੱਕੇ ਦੇ ਦਿੰਦਾ ਏ, ਇਹ ਪੰਡੀਆ ਮੋਕੋ ਢੇਡ ਕਹਿਤ। ਆਪਾ ਬਿਆਨ ਜਿਹੜਾ ਹੈ ਉਹ ਦਰਜ ਕੀਤਾ ਬਾਬਾ ਨਾਮਦੇਵ ਸਾਹਿਬ ਨੇ। ਅਤੇ ਤੁਸੀਂ ਉਸ ਚੀਜ਼ ਨੂੰ ਪੜ੍ਹ ਕੇ ਵੇਖੋ, ਸਾਡੇ ਬਜ਼ੁਰਗਾਂ ਦੀ ਬਾਣੀਆਂ ਫੀਲ ਕਰਕੇ ਵੇਖੋ। ਅੱਜ ਵੀ ਸਾਡੇ ਨਾਲ ਕਈ ਵਾਰ ਵਾਪਰ ਜਾਂਦਾ ਵੀ ਭਰੀ ਸੱਥ ਦੇ ਵਿੱਚ ਆਪਾਂ ਖੜ੍ਹੇ ਹੋਈਏ, ਕੋਈ ਸਾਡੇ ਪਿਓ ਬਾਰੇ ਸਾਡੇ ਦਾਦੇ ਬਾਰੇ ਕੋਈ ਗੱਲ ਕਰ ਦੇਵੇ ਵੀ ਯਾਰ ਤੇਰੇ ਦਾਦੇ ਬਾਰੇ ਆਹ ਸੱਥ ਦੇ ਵਿੱਚ ਆਹ ਫਲਾਣੀ ਘਟਨਾ ਵਾਪਰੀ ਸੀ ਇੱਥੇ, ਜਾਂ ਤੇਰੇ ਪਿਓ ਨੂੰ ਆਹ ਗੱਲ ਬਦਲੇ ਸ਼ਰਮਿੰਦਾ ਹੋਣਾ। ਅਸੀਂ ਆਪਣੇ ਆਪ ਦੇ ਵਿੱਚ ਫੀਲ ਕਰਦੇ ਹਾਂ, ਸ਼ਰਮਿੰਦਾ ਹੋ ਜਾਂਦੇ ਹਾਂ ਬੰਦਿਆਂ ਦੇ ਵਿੱਚ ਖੜ੍ਹੇ। ਆਹ ਬਾਬਾ ਨਾਮਦੇਵ ਸਾਹਿਬ ਦਾ ਬਚਨ ਪੜ੍ਹਿਓ, ਇਹ ਪੰਡੀਆ ਮੋਕੋ ਢੇਡ ਕਹਿਤ। ਇਹ ਪੰਡੀਆ ਸਾਨੂੰ ਢੇਡ ਕਹਿੰਦਾ ਰਿਹਾ, ਇਹਦਾ ਪੜ੍ਹਨ ਜੋਗੇ ਨਹੀਂ ਹੈਗੇ, ਇਹਦਾ ਮੰਦਰ 'ਚ ਵਾੜਨ ਜੋਗੇ ਨਹੀਂ ਹੈਗੇ, ਇਹ ਕਿਉਂ ਮੰਦਰ ਦੇ ਵਿੱਚ ਆਉਣ। ਪਰ ਮਹਾਨਤਾ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੀ, ਜਿਨ੍ਹਾਂ ਨੇ ਬਾਬਾ ਨਾਮਦੇਵ ਸਾਹਿਬ ਵਰਗਿਆਂ ਨੂੰ ਸ਼ੀਂਬਾ ਕਹਿ ਕੇ ਦੁਰਕਾਰ ਦਿੱਤਾ ਗਿਆ, ਬਾਬਾ ਕਬੀਰ ਸਾਹਿਬ ਵਰਗਿਆਂ ਨੂੰ ਜਲਾਹੇ ਕਹਿ ਕੇ ਕੱਢ ਦਿੱਤਾ ਗਿਆ, ਰਵਿਦਾਸ ਜੀ ਵਰਗਿਆਂ ਨੂੰ ਚਮਾਰ ਕਹਿ ਕੇ ਨੇੜੇ ਨਹੀਂ ਆਉਣ ਦਿੱਤਾ ਗਿਆ। ਉਹਨਾਂ ਦੀ ਬਾਣੀ, ਉਹਨਾਂ ਦੀ ਵਿਚਾਰਧਾਰਾ, ਉਹਨਾਂ ਦੇ ਬੋਲ ਇਕੱਠੇ ਕਰਕੇ ਇੱਕ ਗ੍ਰੰਥ ਦੇ ਵਿੱਚ ਦਰਜ ਕਰਦੇ ਨੇ। ਸਭ ਤੋਂ ਵੱਡੀ ਚੋਟ ਸੀ, ਸਭ ਤੋਂ ਵੱਡੀ ਕਰਾਰੀ ਚਪੇੜ ਗੁਰੂ ਅਰਜਨ ਸਾਹਿਬ ਨੇ ਮਾਰੀ। ਉਹਨਾਂ ਲੋਕਾਂ ਦੇ ਜਿਹੜੇ ਭੇਦਭਾਵ, ਜ਼ਾਤ ਪਾਤ, ਵਿਤਕਰੇ, ਜਾਤਾਂ ਪਾਤਾਂ ਖੜ੍ਹੇ ਕਰਦੇ ਨੇ, ਜਿਹੜੇ ਵਰਨ ਵੰਡਾਂ ਦੇ ਵਿੱਚ ਲੋਕਾਂ ਨੂੰ ਵੰਡਦੇ ਨੇ ਨਾ, ਉਹਨਾਂ ਨੂੰ ਵੱਡਾ ਸਵਾਲ ਸੀ ਇਹ ਵੀ ਅਸੀਂ ਤਾਂ ਇੱਕ ਥਾਂ 'ਤੇ ਕਰ ਦਿੱਤੇ, ਜਿਹੜਾ ਜ਼ੋਰ ਲੱਗਦਾ ਲਾ ਲਓ। ਅਤੇ ਅਗਲਿਆਂ ਨੇ ਜ਼ੋਰ ਲਾਇਆ, ਵਾਹ ਲਾ ਦਿੱਤੇ। ਅਤੇ ਬਾਬਾ ਨਾਮਦੇਵ ਸਾਹਿਬ ਵਰਗਿਆਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੋ ਗਈ। ਉਹ ਲੋਕਾਂ ਨੂੰ ਜਿਹੜੇ ਧੱਕੇ ਮਾਰ ਮਾਰ ਕੇ ਬਾਹਰ ਕੱਢ ਰਹੇ ਨੇ, ਆਹ ਚੀਜ਼ ਦਾ ਦੁੱਖ ਸੀ ਉਹਨਾਂ ਨੂੰ ਵੀ ਕਿਉਂ ਸਾਡੀ ਵਿਚਾਰਧਾਰਾ ਖਤਮ ਹੁੰਦੀ ਜਾਂਦੀ ਹੈ। ਅਸੀਂ ਤਾਂ ਲੋਕਾਂ ਨੂੰ ਵੰਡ ਕੇ ਇਹਨਾਂ 'ਤੇ ਰਾਜ ਕਰਨਾ ਚਾਹੁੰਦੇ ਹਾਂ, ਸਿਰਾਂ 'ਤੇ ਬੈਠਣਾ ਚਾਹੁੰਦੇ ਹਾਂ। ਇਹ ਸਾਰਿਆਂ ਨੂੰ ਇੱਕੋ ਥਾਂ 'ਤੇ ਬਹਾ ਰਹੇ ਨੇ। ਉਹ ਲਿਖੀ ਹੋਈ ਬਾਣੀ ਉਹਨਾਂ ਦੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਪ੍ਰਕਾਸ਼ ਕਰ ਦਿੱਤੀ। ਇਹ ਬਰਦਾਸ਼ਤ ਨਹੀਂ ਹੈ ਸਾਨੂੰ। ਜੇ ਸਾਰੇ ਲੋਕ ਇੱਕੋ ਜਿਹੇ ਇਕੱਠੇ ਹੋਣ ਲੱਗ ਪਏ, ਇੱਕੋ ਪੰਗਤ 'ਚ ਬੈਠਣ ਲੱਗ ਪਏ, ਇੱਕੋ ਸਰੋਵਰਾਂ 'ਚ ਨਹਾਉਣ ਲੱਗ ਪਏ, ਤਾਂ ਸਾਨੂੰ ਕਿਹਨੇ ਪੁੱਛਣਾ ਹੈ। ਆਹ ਸੋਚ, ਵਿਪਰਵਾਦੀ ਸੋਚ ਸੀ ਨਾ ਜਿਹੜੀ, ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਜੜੋਂ ਕੱਢ ਦਿੱਤੀ ਜਦੋਂ ਸਾਰੇ ਵਿਦਵਾਨ ਇੱਕ ਥਾਂ 'ਤੇ ਇਕੱਠੇ ਕਰ ਦਿੱਤੇ, ਜਿਨ੍ਹਾਂ ਨੂੰ ਕੋਈ ਪੁੱਛਦਾ ਨਹੀਂ ਸੀ। ਅਤੇ ਹੋਰ ਵੀ ਤੁਸੀਂ ਨਾ ਵੇਖਿਓ, ਬੜੇ ਭਗਤ ਸਾਹਿਬਾਨ ਇੱਕ ਦੂਸਰੇ ਦੇ ਸਮਕਾਲੀ ਵੀ ਹੋਏ ਨੇ। ਸਮਕਾਲੀ ਦਾ ਮਤਲਬ ਹੁੰਦਾ ਇੱਕੋ ਸਮੇਂ ਦੇ ਵਿੱਚ ਆਉਣਾ। ਅਤੇ ਕੁਝ ਕੁ ਫਰਕ ਜਿਹੜੇ ਪਏ ਨੇ ਉਹਨਾਂ ਦੇ ਜੀਵਨ ਵਿੱਚ 1-2 ਸਾਲਾਂ ਦੇ ਵੀ ਪਏ ਨੇ। ਪਰ ਕਦੇ ਵੀ ਤੁਸੀਂ ਇਹ ਨਹੀਂ ਵੇਖੋਗੇ ਵੀ ਕਬੀਰ ਪੰਥੀ ਨੇ ਜਿਹੜੇ ਕਦੇ ਭਗਤ ਰਵਿਦਾਸ ਸਾਹਿਬ ਦਾ ਸ਼ਬਦ ਗਾਉਂਦੇ ਹੋਣ, ਕਦੇ ਭਗਤ ਰਵਿਦਾਸ ਦੇ ਜਿਹੜੇ ਪੰਥੀ ਨੇ ਕਬੀਰ ਸਾਹਿਬ ਦਾ ਸ਼ਬਦ ਗਾਉਂਦੇ ਹੋਣ, ਜਾਂ ਗੁਰੂ ਗ੍ਰੰਥ ਸਾਹਿਬ ਤੋਂ ਬਾਣੀ ਹੋਰ ਗਾਉਂਦੇ ਹੋਣ, ਕਦੇ ਭਗਤ ਧੰਨਾ ਦਾ ਸ਼ਬਦ ਗਾਉਂਦੇ ਹੋਣ, ਕਦੇ ਵੀ ਨਹੀਂ ਮਿਲਣਾ। ਉਹ ਵੱਡਾ ਕਾਰਜ ਗੁਰੂ ਅਰਜਨ ਸਾਹਿਬ ਨੇ ਕੀਤਾ। ਸਾਰੇ ਇੱਕੋ, ਹਾਲਾਂਕਿ ਉਹ ਹੈ ਇੱਕੋ ਸੋਚਦੇ ਸੀ, ਪਰ ਕਿਸੇ ਨੇ ਅੱਜ ਤੱਕ ਇਹ ਕਾਰਜ ਨਹੀਂ ਸੀ ਕੀਤਾ, ਪਰ ਉਹ ਗੁਰੂ ਅਰਜਨ ਸਾਹਿਬ ਨੇ ਕੀਤਾ। ਅਤੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਇਹ ਪਵਿੱਤਰ ਬਾਣੀ, ਜਿਹੜੀ ਅਖੌਤੀ ਧਰਮੀਆਂ ਨੂੰ ਬਾਣੇ ਪਾਉਣ ਵਾਲੀ ਸੀ, ਜਿਹੜੀ ਵੱਡੇ ਵੱਡੇ ਰਾਜਨੀਤਿਕਾਂ ਦੇ ਪਰਦੇ ਉਧੇੜਨ ਵਾਲੀ ਸੀ, ਉਹ ਬਾਣੀ ਇਹੋ ਜਿਹੇ ਢੰਗ ਤਰੀਕੇ ਦੇ ਨਾਲ ਸੰਪਾਦਕ ਕਰਕੇ ਸਾਡੀ ਝੋਲੀ ਵਿੱਚ ਪਾ ਦਿੱਤੀ। ਅਤੇ ਸਭ ਤੋਂ ਵੱਡਾ ਖਤਰਾ ਅਕੇਲਿਆਂ ਨੂੰ ਇਹ ਲੱਗਿਆ
ਸਖੀ ਸਰਵਰੀਆਂ ਨੇ ਜ਼ੋਰ ਲਾਇਆ, ਰਾਜਨੀਤਿਕ ਬੰਦਿਆਂ ਨੇ ਜ਼ੋਰ ਲਾਇਆ, ਅਖੌਤੀ ਧਰਮੀਆਂ ਨੇ ਜ਼ੋਰ ਲਾਇਆ ਵੀ ਇੱਕ ਤਾਂ ਬਾਣੀ ਖਤਮ ਹੋਣੀ ਚਾਹੀਦੀ ਹੈ, ਅਤੇ ਜਿਹੜੇ ਇਹ ਕੰਮ ਕਰ ਰਿਹਾ ਹੈ ਨਾ, ਇਹ ਗੁਰੂ ਅਰਜਨ ਵੀ ਖਤਮ ਹੋਣਾ ਚਾਹੀਦਾ ਹੈ। ਹੋਰ ਕੋਈ ਨਿੱਕੇ ਮੋਟੇ ਕਾਰਨ ਜਿਹੜੇ ਅਸੀਂ ਸਮਝਦੇ ਹਾਂ ਨਾ, ਕੋਈ ਰਿਸ਼ਤਾ ਮੋੜਤਾ ਜਾਂ ਆਹ ਫਲਾਣੀ ਗੱਲ ਹੋ ਗਈ ਇਹਦੇ ਕਰਕੇ ਮਾਰਤਾ, ਨਹੀਂ, ਅਸਲੀਅਤ ਲੁਕਾਈ ਜਾਂਦੀ ਹੈ। ਅਤੇ ਸਭ ਤੋਂ ਵੱਡੀ ਗੱਲ ਹੁੰਦੀ ਹੈ ਵਿਚਾਰਧਾਰਾ। ਜਿਹੜਾ ਵਿਚਾਰਧਾਰਾ 'ਤੇ ਤੁਰਦਾ ਹੈ ਨਾ, ਵਿਚਾਰਧਾਰਾ ਦੇ ਲਈ ਸੰਘਰਸ਼ ਕਰਦਾ ਹੈ, ਉਹਨੂੰ ਕਹਿੰਦੇ ਨੇ ਧਰਮ ਦੀ ਲੜਾਈ। ਅਤੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਧਰਮ ਦੀ ਲੜਾਈ ਲੜੀ ਹੈ ਆਪਣੀ ਵਿਚਾਰਧਾਰਾ ਦੀ। ਗੁਰੂ ਨਾਨਕ ਸਾਹਿਬ ਦੀ ਸੋਚ ਸੀ ਨਾ ਜਿਹੜੀ, ਉਹ ਸਾਡੇ ਸਾਹਮਣੇ ਲਿਆ ਕੇ ਰੱਖੀ, ਇੱਕ ਥਾਂ 'ਤੇ ਇਕੱਠੇ ਕਰਕੇ, ਬਾਕੀ ਜਿੰਨੇ ਮੇਲ ਖਾਂਦੇ ਸਨ ਸਾਰੇ ਇਕੱਠੇ ਕੀਤੇ। ਅਤੇ ਸਭ ਤੋਂ ਵੱਡਾ ਕਾਰਨ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਬਣ ਗਿਆ। ਪੜ੍ਹਨ ਵਾਲਿਆਂ ਨੂੰ ਪਤਾ ਲੱਗਦਾ, ਪਰ ਸਾਨੂੰ ਕੀ ਹੈ, ਜੇ ਅਸੀਂ ਪੜ੍ਹਦੇ ਹੋਈਏ ਤਾਂ ਪਤਾ ਲੱਗੀਏ ਵੀ ਇਹਦੇ ਵਿੱਚ ਲਿਖਿਆ ਕੀ ਹੈ। ਇਹਦੇ 'ਚ ਹਰੇਕ ਪੱਖ ਨੂੰ ਲੈ ਕੇ, ਸਮੇਂ ਦੇ ਹਰੇਕ ਹਾਲਾਤਾਂ ਨੂੰ ਲੈ ਕੇ ਗੱਲਾਂ ਲਿਖੀਆਂ ਹੋਈਆਂ ਨੇ, ਜੇ ਸਮਝੀਏ ਤਾਂ। ਅਤੇ ਪਾਵਨ ਗੁਰਬਾਣੀ ਦਾ ਇੱਕ ਬੋਲ ਮੈਂ ਹਮੇਸ਼ਾ ਯਾਦ ਰੱਖਦਾ ਹੁੰਦਾ ਵੀ ਜੇ ਸਾਨੂੰ ਉਹ ਗੁਰਬਾਣੀ ਦਾ ਬੋਲ ਯਾਦ ਰਵੇ ਨਾ, ਤਾਂ ਸਾਨੂੰ ਕਦਰ ਪੈ ਜਾਣੀ ਹੈ ਵੀ ਗੁਰੂ ਸਾਡਾ ਕਿੰਨਾ ਕੁ ਮਹਾਨ ਹੈ। ਬੜੇ ਪਿਆਰੇ ਬੋਲ ਨੇ, ਕਹਿੰਦੇ ਗਿਆਨੀਆਂ ਨੂੰ ਸਭ ਸੱਚ ਹੈ, ਸੱਚ ਸੋਝੀ ਹੋਈ, ਓਏ ਭੁਲਾਏ ਕਿਸੇ ਦਾ ਨਾ ਭੁੱਲਣੀ, ਸੱਚ ਜਾਣਨ ਸੋਈ। ਜਿਹੜੇ ਗਿਆਨੀ ਬਣ ਗਏ, ਜਿਹੜੇ ਤਾਂ ਬਾਣੀ ਪੜ੍ਹਦੇ ਨੇ ਉਹਨਾਂ ਨੂੰ ਤਾਂ ਜਾਣਕਾਰੀ ਹੁੰਦੀ ਹੈ, ਪਰ ਜਿਹੜੇ ਨਹੀਂ ਪੜ੍ਹਦੇ ਉਹਨਾਂ ਨੂੰ ਜਾਣਕਾਰੀ ਨਹੀਂ ਕਦੇ ਮਿਲ ਸਕਦੀ ਕਿਸੇ ਵੀ ਚੀਜ਼ ਦੀ, ਕਿਉਂਕਿ ਗੁਰੂ ਜਾਣਕਾਰੀ ਦਿੰਦਾ ਹੈ, ਸਾਡੇ ਗਿਆਨ ਵਿੱਚ ਵਾਧਾ ਕਰਦਾ ਹੈ। ਸਮੇਂ ਦੇ ਹਾਲਾਤਾਂ ਬਾਰੇ ਗੁਰੂ ਸਾਨੂੰ ਦੱਸਦਾ ਹੈ। ਇਹ ਹੈ ਮਹਾਨਤਾ ਗੁਰੂ ਗ੍ਰੰਥ ਸਾਹਿਬ ਦੀ। ਹੋਰ ਐਵੇਂ ਜੇ ਆਪਾਂ ਕੀ ਵੀ ਸਾਡੇ ਨਾਲ ਘਟਨਾਵਾਂ ਵਾਪਰਦੀਆਂ ਨੇ ਜਿਹੜੀਆਂ ਸਾਨੂੰ ਅਗਲੇ ਵਾਰ ਟੋਹ ਕੇ ਵੇਖਦੇ ਨੇ, ਉਹ ਐਵੇਂ ਉਹ ਬਿਨਾਂ ਗੱਲ ਤੋਂ ਨਹੀਂ। ਗੁਰੂ ਗ੍ਰੰਥ ਸਾਹਿਬ ਦੀ ਕਿਸੇ ਨੇ ਬੇਅਦਬੀ ਕਰ ਦਿੱਤੀ, ਸਾਡੇ ਪੱਤਰੇ ਪਾੜ ਦਿੱਤੇ, ਜਾਂ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕੋਈ ਹੋਰ ਗ੍ਰੰਥ ਲਿਆ ਕੇ ਖੜਾ ਕਰ ਦਿੱਤਾ, ਸਾਡੇ ਨਿਤਨੇਮ ਦੇ ਨਾਲ ਛੇੜਛਾੜ, ਸਾਡੀ ਬਾਣੀ ਦੇ ਨਾਲ ਛੇੜਛਾੜ, ਵਿੱਚੋਂ ਸ਼ਬਦ ਕੱਢ ਦਿੱਤੇ। ਇਹ ਕੋਈ ਮਾੜੀਆਂ ਮੋਟੀਆਂ ਗੱਲਾਂ ਨਹੀਂ। ਸਾਨੂੰ ਤਾਂ ਕਦਰ ਤਾਂ ਨਹੀਂ ਕਿਉਂਕਿ ਇਸ ਤਾਂ ਜਾਣਦੇ ਨੇ, ਪਰ ਅਗਲੇ ਜਾਣਦੇ ਨੇ ਵੀ ਇਹਨਾਂ ਦੀ ਜਿਹੜੀ ਆਹ ਵਿਚਾਰਧਾਰਾ ਨੇ ਇਹਦੇ 'ਚ ਰਲਾ ਅਸੀਂ ਕਿਵੇਂ ਪਾਉਣਾ ਹੈ, ਸਾਡੀ ਵਿਚਾਰ ਕਿਵੇਂ ਇਹਦੇ 'ਚ ਬੈਠੇ। ਇਹ ਤਾਂ ਸਾਡੇ ਬਾਰੇ ਬੋਲਦੀ ਹੈ। ਜੇ ਧਰਮ ਦੀ ਆੜ ਵਿੱਚ ਅਸੀਂ ਇਹਨਾਂ ਨੂੰ ਲੁੱਟਣ ਆ ਜਾਂਦੇ ਹਾਂ ਅਤੇ ਤਾਂ ਵੀ ਬੋਲਦੇ ਨੇ। ਗਲੀ ਜਿਨ੍ਹਾਂ ਜਪਮਾਲੀਆਂ ਲੋਟੇ ਹੱਥ ਨਿਭਾਗੋ, ਹਰ ਕੇ ਸੰਤਨਾ ਆਖੀਆਂ ਬਾਣਾ ਰਸ ਕੇ ਠਾਗੇ, ਤਾਂ ਵੀ ਬੋਲ ਪੈਂਦੇ ਨੇ। ਸਿਲ ਪੂਜਸ ਬਗਲ ਸਮਾਦੰ, ਇਹ ਤਾਂ ਵੀ ਬੋਲਦੇ ਨੇ। ਮੁਖ ਝੂਠਸ ਵਿਭੂਖਣ ਸਾਰੰਗ, ਤ੍ਰੈਪਾਲ ਤਿਹਾਲ ਵਿਚਾਰੰ, ਗਰਮਾਲਾ ਤਿਲਕ ਲਲਾਟੰ, ਦੋ ਧੋਤੀ ਬਸਤਰ ਕਪਾਟੰ, ਤਾਂ ਵੀ ਬੋਲਦੇ ਨੇ ਇਹ। ਅਤੇ ਜੇ ਅਸੀਂ ਧੱਕਾ ਕਰੀਏ ਤਾਂ ਫਿਰ ਇਹ ਰਾਜੇਸ਼ੀ ਮੁਕੱਦਮ ਕੁੱਤੇ ਜਾਏ ਜਗਾਏ ਨੇ, ਬੈਠੇ ਸੁੱਤੇ ਚਾਕਰ ਨਹਿੰਦਾ ਪਾਇਨ ਘਾਓ, ਰਤ ਬਿਤ ਕੁੱਤਿਓ ਚੱਟ ਜਾਏ, ਤਾਂ ਵੀ ਬੋਲਦੇ ਨੇ। ਅਤੇ ਜੇ ਇਹ ਗੱਲਾਂ ਲੋਕਾਂ ਨੇ ਪੜ੍ਹ ਲਈਆਂ ਫਿਰ ਤਾਂ ਸਾਨੂੰ ਪੁੱਛਣਾ ਕਿਹਨੇ ਹੈ। ਇਹ ਵਿਚਾਰਧਾਰਾ ਲੋਕਾਂ ਤੱਕ ਨਹੀਂ ਪਹੁੰਚਣੀ ਚਾਹੀਦੀ। ਅਗਲਿਆਂ ਨੂੰ ਡਰ ਇਸ ਗੱਲ ਦਾ ਹੈ, ਇਹ ਸੋਚ ਨਹੀਂ ਪਹੁੰਚਣੀ ਚਾਹੀਦੀ ਲੋਕਾਂ ਤੱਕ। ਅਤੇ ਗੁਰੂ ਅਰਜਨ ਸਾਹਿਬ ਨੇ ਆਹ ਵਿਚਾਰ ਘਰਾਂ ਤੱਕ ਪਹੁੰਚਾਈ ਸੀ। ਜੋ ਬਾਬਾ ਨਾਨਕ ਏਮ ਲੈ ਕੇ ਤੁਰਿਆ ਸੀ ਨਾ, ਟੀਚਾ ਲੈ ਕੇ ਤੁਰਿਆ ਸੀ ਵੀ ਘਰ ਘਰ ਅੰਦਰ ਧਰਮਸ਼ਾਲ, ਵੀ ਹਰੇਕ ਘਰ ਦੇ ਵਿੱਚ ਸੱਚ ਦੀ ਗੱਲ ਪਹੁੰਚੇ। ਅਤੇ ਜੇ ਇਹ ਪਹੁੰਚ ਗਈ ਤਾਂ ਸਾਨੂੰ ਕਿਹਨੇ ਪੁੱਛਣਾ। ਇੱਥੇ ਤਾਂ ਸਾਡਾ ਜ਼ੋਰ ਜ਼ੁਲਮ ਹੀ ਬੰਦ ਹੋ ਜਾਣਾ। ਕਿਉਂ ਨਾ ਹੋਵੇ, ਖਤਮ ਕਰੀਏ ਇਹਨਾਂ ਨੂੰ, ਇਹਨਾਂ ਦੀ ਬਾਣੀ ਬੰਦ ਕਰੀਏ, ਵਿਚਾਰਧਾਰਾ ਖਤਮ ਕਰੀਏ। ਆ ਜਿਹੜੇ ਅੱਜ ਤੁਸੀਂ ਵੇਖਦੇ ਨਾ ਵੀ ਜਿਹੜੇ ਗੱਲਾਂ ਫੈਲਾਉਂਦੇ ਨੇ ਵੀ ਬਾਣੀ ਪੜ੍ਹਨੀ ਨਹੀਂ ਚਾਹੀਦੀ, ਘਰਾਂ ਦੇ ਵਿੱਚ ਬੇਅਦਬੀ ਹੋ ਜਾਂਦੀ ਹੈ, ਇਹ ਸਿਰਫ ਅਤੇ ਸਿਰਫ ਡੇਰੇ 'ਚ ਪੜ੍ਹੀ ਜਾਣੀ ਚਾਹੀਦੀ ਹੈ। ਸਾਡੇ ਗੁਰਦੁਆਰੇ, ਸਾਡੀ ਠਾਠ, ਸਾਡੇ ਫਲਾਣੇ ਤਾਂ ਉੱਥੇ ਹੀ ਪੜ੍ਹੀ ਜਾਣੀ ਹੈ ਜਾਂ ਬੰਦ ਕਮਰੇ ਦੇ ਵਿੱਚ। ਉਹਨਾਂ ਨੂੰ ਪਤਾ ਹੈ ਵੀ ਜੇ ਬਾਣੀ ਪਹੁੰਚ ਕੇ ਘਰਾਂ ਤੱਕ ਲੋਕਾਂ ਨੇ ਸਿਆਣੇ ਹੋ ਜਾਣਾ। ਡਰ ਇਹਨਾਂ ਗੱਲਾਂ ਦਾ ਹੈ। ਇਹਨਾਂ ਗੱਲਾਂ ਨੂੰ ਸਮਝਿਓ। ਆਪਣੇ ਪਿਓ ਦੀ ਬਾਣੀ, ਆਪਣੇ ਬਾਪੂ ਦੀ ਬਾਣੀ ਪੜ੍ਹਨ ਤੋਂ ਵੀ ਕੋਈ ਰੋਕ ਸਕਦਾ ਸਾਨੂੰ? ਇਹ ਕਿੱਥੋਂ ਦਾ ਸੱਚ ਆ? ਕਦੇ ਵੀ ਨਹੀਂ। ਅਤੇ ਇਸ ਕਰਕੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੀ ਸ਼ਹੀਦੀ ਨੂੰ ਜੇ ਸਮਰਪਿਤ ਹੋ ਕੇ ਬੈਠੇ ਹਾਂ ਤਾਂ ਸਮਝਿਓ ਵੀ ਗੁਰੂ ਗ੍ਰੰਥ ਸਾਹਿਬ ਹੀ ਸਭ ਤੋਂ ਵੱਡਾ ਕਾਰਨ ਉਹਨਾਂ ਦੀ ਸ਼ਹੀਦੀ ਦਾ ਬਣਿਆ। ਵੀ ਸਾਰਿਆਂ ਨੂੰ ਇੱਕ ਕਰਨਾ ਚਾਹੁੰਦੇ ਨੇ ਅਤੇ ਲੋਕਾਂ ਵਿੱਚ ਸੱਚ ਫੈਲਾਉਣਾ ਚਾਹੁੰਦੇ ਨੇ।
ਤੇ ਕਿਉਂ ਨਾ ਹੋਵੇ ਅਸੀਂ ਇੱਕ ਵਾਰ ਜ਼ਿੰਦਗੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਪੜ੍ਹ ਕੇ ਵੇਖ ਲਈਏ ਵੀ ਲਿਖਿਆ ਕੀ ਹੈ, ਸਾਨੂੰ ਵੀ ਪਤਾ ਲੱਗੇ। ਅਣਮਤੀਏ ਲੋਕ ਜਾਂ ਹੋਰ ਧਰਮਾਂ ਦੇ ਲੋਕ ਬਾਹਰੋਂ ਆ ਕੇ ਲੋਕ ਤਾਂ ਸਾਨੂੰ ਪੜ੍ਹ ਕੇ ਦੱਸਦੇ ਨੇ ਵੀ ਤੁਹਾਡੇ ਆਹ ਲਿਖਿਆ ਹੋਇਆ ਹੈ, ਪਰ ਸਾਨੂੰ ਨਹੀਂ ਕੁਝ ਪਤਾ ਲੱਗਦਾ ਵੀ ਕੀ ਹੈ। ਤਾਂ ਜ਼ੋਰ ਲਾਈਦਾ ਵੀ ਪੜ੍ਹ ਕੇ ਵੇਖੀਏ। ਸਿਰਫ ਸਵੇਰੇ ਪ੍ਰਕਾਸ਼ ਤੇ ਸ਼ਾਮ ਨੂੰ ਸਿਖਾਸਣ ਵਾਸਤੇ ਨਹੀਂ ਆਏ, ਸਿਰਫ ਪ੍ਰੋਗਰਾਮ ਕਰਨ ਵਾਸਤੇ ਨਹੀਂ ਹੈ, ਇਕੱਠਾ ਕਰਨ ਵਾਸਤੇ ਨਹੀਂ ਹੈ। ਵੱਡੀਆਂ ਪਲੇਟਫਾਰਮ ਨੇ ਸਾਡੇ ਕੋਲ, ਵੱਡੀਆਂ। ਅਤੇ ਜਿਸ ਪਿੰਡ ਦੇ ਵਿੱਚ 3-3 ਗੁਰਦੁਆਰੇ ਹੋਣ, ਮਾਫ਼ ਕਰਨਾ, ਜਿੱਥੇ 3-3 ਗੁਰਦੁਆਰੇ ਹੋਣ ਅਤੇ ਸਿੱਖੀ ਦਾ ਕੋਈ ਨਾਮੋ ਨਿਸ਼ਾਨ ਵੀ ਨਾ ਹੋਵੇ, ਇਹ ਹੁਣ ਮਿਹਣਾ ਦੱਸਿਓ ਵੀ ਕਿਹਦੇ ਸਿਰ 'ਤੇ ਜਾਂਦਾ ਹੈ। ਅਸੀਂ ਆਪਣੇ ਆਪ ਨੂੰ ਕਹੀਏ ਜਾਂ ਰੱਬ ਨੂੰ ਦੋਸ਼ ਦਈਏ? ਅਸੀਂ ਸੋਚਦੇ ਹਾਂ ਵੀ ਰੱਬ ਦੀ ਹੀ ਕਰੋਪੀ ਹੋਣੀ ਹੈ ਕਿਤੇ। ਰੱਬ ਦੀ ਕਰੋਪੀ ਨਹੀਂ ਹੈ, ਇਹ ਸਾਡੀ ਢੀਠਤਾਈ ਹੈ। ਅਸੀਂ ਪੜ੍ਹਨ ਪੜ੍ਹਾਉਣ ਵਾਲੇ ਵੱਲੇ ਹੈ ਹੀ ਨਹੀਂ ਆ। ਅਸੀਂ ਆਪਣੇ ਇਤਿਹਾਸ ਨੂੰ, ਗੁਰਬਾਣੀ ਨੂੰ ਸਮਝਣ ਵਾਲਾ ਪੱਖ ਆ ਨਾ ਜਿਹੜਾ, ਉਹ ਛੱਡ ਹੀ ਚੁੱਕੇ ਆ। ਅਤੇ ਇਵੇਂ ਤਾਂ ਨਹੀਂ ਫਿਰ ਕੋਈ ਹੋਰ ਆ ਕੇ ਸਾਡੇ ਗਲ 'ਚ ਰੱਸਾ ਪਾ ਕੇ ਲੈ ਜਾਵੇ। ਸਾਨੂੰ ਆਪਣੇ ਨਾਲ ਤਾਂ ਹੀ ਤਾਂ ਅਗਲੇ ਜੋੜ ਲੈਂਦੇ ਨੇ, ਸਾਨੂੰ ਪਤਾ ਹੀ ਨਹੀਂ ਹੈ। ਸੱਚ ਨੂੰ ਛੱਡ ਕੇ ਝੂਠ ਵੱਲ ਨੂੰ ਜ਼ਿਆਦਾ ਭੱਜਦੇ ਹਾਂ ਅਸੀਂ। ਦੁਨੀਆ ਦੇ ਲੋਕ ਦੱਸਦੇ ਨੇ ਵੀ ਤੁਹਾਡੇ ਕੋਲ ਆ ਪਿਆ ਹੈ, ਤੁਹਾਡਾ ਇਤਿਹਾਸ ਮਹਾਨਤਾ ਐਡੀ ਰੱਖਦਾ ਹੈ, ਵਿਸ਼ਾਲਤਾ ਰੱਖਦਾ ਹੈ। ਬਿਲਕੁਲ ਸੱਚ ਆ, ਲੇਟੈਸਟ ਆ, ਨਵਾਂ ਤੁਹਾਡਾ ਇਤਿਹਾਸ ਆ। ਸਾਨੂੰ ਕੀ ਵਾਸਤਾ, ਸਾਨੂੰ ਕਿਹੜਾ ਪਤਾ ਹੈ? ਫਿਰ ਅਸੀਂ ਕਹਿੰਦੇ ਸਾਨੂੰ ਕੋਈ ਦੱਸ ਕੇ ਨਹੀਂ ਗਿਆ। ਗੁਰਦੁਆਰੇ ਸਾਡੇ ਪਿੰਡਾਂ 'ਚ ਬਣੇ ਹੋਏ ਨੇ, ਗੁਰਦੁਆਰੇ ਅਸੀਂ ਆਉਂਦੇ ਹਾਂ, ਦੱਸ ਕੇ ਕੋਈ ਸਾਨੂੰ ਬਾਹਰੋਂ ਜਾਣਾ, ਕਿਸੇ ਨੇ ਬਾਹਰੋਂ ਆਉਣਾ ਸੀ ਸਾਨੂੰ ਦੱਸਣਾ। ਬਾਣੀ ਅਸੀਂ ਪੜ੍ਹਨੀ ਸੀ। ਜੇ ਕੋਈ ਸਕੂਲ ਦੇ ਵਿੱਚ ਬੱਚੇ ਨੂੰ ਪੁੱਛੇ ਵੀ ਤੇਰੇ ਬਾਪ ਦਾ, ਤੇਰੇ ਦਾਦੇ ਦਾ ਨਾਂ ਕੀ, ਹੁਣ ਬੱਚਾ ਇਹ ਕਹਦੇ ਵੀ ਮੈਨੂੰ ਕੋਈ ਦੱਸ ਕੇ ਨਹੀਂ ਗਿਆ ਜੀ, ਮੈਨੂੰ ਤਾਂ ਕਿਸੇ ਨੇ ਦੱਸਿਆ ਹੀ ਨਹੀਂ ਅੱਜ ਤੱਕ, ਹੈ ਨਾ? ਸੋ ਹੀ ਨਹੀਂ ਗੱਲ। ਅਤੇ ਜਿਹਨੂੰ ਅਸੀਂ ਪਾਵਨ ਬਾਣੀ ਨੂੰ ਪੜ੍ਹਦੇ ਹਾਂ, ਸਾਰੇ ਇਕੱਠੇ ਹੋ ਕੇ ਪੜ੍ਹਦੇ ਹਾਂ। ਤੂੰ ਠਾਕੁਰ ਤੁਮ ਪੈ ਅਰਦਾਸ, ਜੀਓ ਪਿੰਡ ਸਭ ਤੇਰੀ ਰਾਸ, ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੂਖ ਕਨੇਰੇ। ਫਿਰ ਬਾਪ ਮੰਨ ਕਿਹਨੂੰ ਰਹੇ ਹਾਂ ਅਸੀਂ? ਮਾਤ ਪਿਤਾ ਮੁਬਾਰਕ ਤੇਰੇ। ਅਤੇ ਜੇ ਮੰਨ ਰਹੇ ਹਾਂ ਤਾਂ ਉਹਨਾਂ ਬਾਰੇ ਜਾਣਕਾਰੀ ਵੀ ਤਾਂ ਹੋਣੀ ਚਾਹੀਦੀ ਹੈ, ਮਾਂ ਬਾਪ ਬਾਰੇ। ਅਤੇ ਜੇ ਜਾਣਕਾਰੀ ਨਾ ਹੋਵੇਗੀ ਤਾਂ ਆਪਣੇ ਆਪ ਦੇ ਵਿੱਚ ਹਾਸੋ ਹੀ ਨਹੀਂ ਗੱਲ ਆਣੇ ਤਾਂ। ਅਤੇ ਇਸ ਕਰਕੇ ਪੜ੍ਹਨਾ ਅਤੇ ਵਿਚਾਰਨਾ ਸ਼ੁਰੂ ਕਰੀਏ ਤਾਂ ਫਿਰ ਸਾਨੂੰ ਪਤਾ ਲੱਗਣਾ। ਅਤੇ ਜਿੱਥੇ ਜਿੱਥੇ ਝੂਠ ਚੱਲ ਰਿਹਾ ਹੈ, ਜਿਹੜੇ ਜਿਹੜੇ ਵੀ ਝੂਠ 'ਤੇ ਖੜ੍ਹੇ ਨੇ, ਉਹਨਾਂ ਬਾਰੇ ਸਾਨੂੰ ਪਤਾ ਲੱਗਣਾ। ਕਿਉਂਕਿ ਅਸੀਂ ਤਾਂ ਸੋਨਾ ਛੱਡ ਕੇ ਖਾਕ ਛਾਣਦੇ ਫਿਰਦੇ ਹਾਂ, ਮਿੱਟੀ ਭਾਲਦੇ ਫਿਰਦੇ ਹਾਂ। ਆਹ ਛੱਡ ਕੇ ਉਹਨਾਂ ਸਮਿਆਂ ਦੇ ਵਿੱਚ ਵੀ ਬੜੇ ਆਏ ਇੱਥੇ, ਸਖੀ ਸਰਵਰੀਆਂ ਦੀ ਵਿਚਾਰਧਾਰਾ ਚੱਲੀ, ਅਗਲੇ ਭੱਜ ਗਏ ਇੱਥੋਂ ਵੀ ਇੱਥੇ ਤਾਂ ਗੁਰੂ ਅਰਜਨ ਸਾਹਿਬ ਵਰਗੇ ਪ੍ਰਚਾਰ ਕਰ ਰਹੇ ਨੇ। ਸਾਡੇ ਤਾਂ ਵੱਡੇ ਵੱਡੇ ਬੰਦੇ ਨੇ ਜਿਹੜੇ, ਉਹ ਉਹਨਾਂ 'ਚ ਰਲ ਗਏ। ਪਹਿਲਾਂ ਆਪਾਂ ਗੱਲ ਸਮਝੀਏ, ਭਾਈ ਬੈਲੋ ਵਰਗੇ, ਭਾਈ ਮੰਝ ਜੀ ਵਰਗੇ ਸਿੱਖੀ ਵਿੱਚ ਰਲ ਗਏ, ਪਰ ਇੱਥੇ ਕੁਝ ਹੋਰ ਹੀ ਵਾਪਰ ਰਿਹਾ ਅੱਜ। ਜੇ ਕੋਈ ਬਾਹਰੋਂ ਆਉਂਦਾ, ਸਾਡੇ ਇੱਧਰੋਂ ਗਾਤਰੇ ਪਾਉਣ ਵਾਲੇ, ਸਿੱਖ ਅਖਵਾਉਣ ਵਾਲੇ ਵੀ ਉਹਨਾਂ 'ਚ ਰਲ ਜਾਣ, ਉਲਟਾ ਹੋਣ ਲੱਗ ਪਿਆ ਨਾ। ਹੁਣ ਦੱਸੋ ਵੀ ਮਜ਼ਬੂਤੀ ਕਿਹਦੇ 'ਚ ਹੈ? ਬਾਣੀ ਤਾਂ ਉਹੀ ਹੈ ਨਾ, ਪਰ ਅਗਲੇ ਜੋੜ ਰਹੇ ਨੇ। ਕਿਉਂਕਿ ਨੀਤਾਂ ਸਾਫ਼ ਨਹੀਂ ਰਹੀਆਂ ਸਾਡੀਆਂ, ਬੇਈਮਾਨ ਹੋ ਗਏ ਅਸੀਂ, ਸਿਰਫ ਸਹੂਲਤਾਂ ਦੇ ਹੋ ਗਏ, ਲਾਲਚਾਂ ਦੇ ਹੋ ਗਏ। ਗਾਤਰੇ ਪਾਉਣ ਵਾਲਾ ਵੀ ਤੁਰਿਆ ਫਿਰਦਾ, ਜਿੱਥੇ ਮਰਜ਼ੀ ਲੈ ਚੱਲੋ ਇਹਨੂੰ ਪਵਾ ਕੇ, ਭਾਵੇਂ ਜਗਰਾਤੇ 'ਤੇ ਲੈ ਚੱਲੋ, ਭਾਵੇਂ ਕਿਸੇ ਮੜੀ 'ਤੇ ਲੈ ਚੱਲੋ, ਭਾਵੇਂ ਕਿਸੇ ਚਾਨਣੀ 'ਤੇ ਲੈ ਚੱਲੋ, ਜਿੱਥੇ ਮਰਜ਼ੀ ਜਾਓ। ਇਹਨਾਂ ਨੂੰ ਗੁਰੂ ਨਾਲ ਕੋਈ ਵਾਹ ਵਾਸਤਾ ਥੋੜ੍ਹੀ, ਇਹਨਾਂ ਦੇ ਥੋੜ੍ਹੀ ਯਾਦ ਹੁੰਦਾ। ਇੱਕ ਦਿਨ ਆਉਂਦੇ ਨੇ, ਇਹ ਪਕਾ ਕੇ ਲੰਗਰ ਖਾ ਕੇ ਤੁਰ ਪੈਂਦੇ ਨੇ। ਇਹਨਾਂ ਨੂੰ ਵਾਹ ਵਾਸਤਾ ਥੋੜ੍ਹੀ ਹੈ ਵੀ ਗੁਰੂ ਅਰਜਨ ਸਾਹਿਬ ਸ਼ਹੀਦ ਹੋਇਆ ਹੈ, ਨਹੀਂ। ਅਤੇ ਇਸ ਕਰਕੇ ਬੋਲੀ ਦਾ ਹੈ ਵੀ ਸਮਝੀਏ ਇਹਨਾਂ ਗੱਲਾਂ ਨੂੰ, ਵਿਚਾਰੀਏ। ਉਦੋਂ ਵੀ ਅੱਜ ਦੀਆਂ ਜਿਹੜੀਆਂ ਵਿਚਾਰਧਾਰਾ ਨੇ ਨਵੀਆਂ ਨਹੀਂ ਆਈਆਂ, ਅੱਗ ਤਾਂ ਕਿਉਂਕਿ ਅਸੀਂ ਇਹ ਵੇਸਲੇ ਹੋ ਗਏ ਤਾਂ ਪੈਰ ਪਸਾਰਦੇ ਨੇ ਅਗਲੇ। ਉਸ ਟਾਈਮ ਦੇ ਵਿੱਚ ਗੁਰੂ ਅਰਜਨ ਸਾਹਿਬ ਪਾਤਸ਼ਾਹ ਵੇਲੇ ਇਤਿਹਾਸ ਪੜ੍ਹਿਓ, ਜਿੱਥੇ ਸਖੀ ਸਰਵਰੀਏ ਨੇ, ਹੋਰ ਅਣਮਤੀਏ ਨੇ। ਉੱਥੇ ਕ੍ਰਿਸਚਨ ਆਇਆ, ਇੱਕ ਈਸਾਈ ਮਤ ਵਾਲਾ ਪਾਦਰੀ ਆਇਆ, ਅਤੇ ਉਹਨੇ ਵੇਖਿਆ ਆਪਣੇ ਹੈੱਡਕੁਆਟਰ, ਉਹਨੇ ਰਿਪੋਰਟ ਭੇਜੀ, ਕਹਿੰਦੇ ਸਾਡੀ ਇੱਥੇ ਦਾਲ ਨਹੀਂ ਗਲ ਸਕਦੀ
ਕਿਉਂਕਿ ਇੱਥੇ ਗੁਰੂ ਅਰਜਨ ਸਾਹਿਬ ਵਰਗੀਆਂ ਸ਼ਖਸੀਅਤਾਂ ਘਰ ਘਰ ਦੇ ਵਿੱਚ ਸਿੱਖੀ ਦੀ ਗੱਲ ਪਹੁੰਚਾ ਰਹੀਆਂ ਨੇ। ਘਰ ਘਰ ਦੇ ਵਿੱਚ, ਘਰ ਘਰ ਦੇ ਵਿੱਚ ਸਿੱਖੀ ਦੀ ਗੱਲ ਪਹੁੰਚ ਰਹੀ ਹੈ। ਅਸੀਂ ਇੱਥੇ ਕੁਝ ਨਹੀਂ ਕਰ ਸਕਦੇ। ਲੋਕ ਬੜੇ ਪੱਕੇ ਨੇ, ਇੱਥੇ ਸੱਚ ਨਾਲ ਜੁੜੇ ਹੋਏ ਨੇ। ਅਸੀਂ ਇੱਥੇ ਕਰਾਮਾਤਾਂ ਸੁਣਾ ਕੇ ਨਹੀਂ ਆਪਦੇ ਪੈਰ ਫੈਲਾ ਸਕਦੇ। ਕਿੱਡਾ ਫਰਕ ਰਹਿ ਗਿਆ। ਬਾਣੀ ਤਾਂ ਉਹੀ ਹੈ ਨਾ। ਹੁਣ ਇੱਥੇ ਕਮੀ ਕਿਹਦੇ 'ਚ ਹੈ? ਅਸੀਂ ਫਿਰ ਕਹਿੰਦੇ ਹਾਂ ਕਿ ਸਮਾਂ ਹੀ ਹੈ ਜਾਂ ਆ ਗਿਆ ਅਤੇ ਕੋਈ ਰੱਬ ਦੀ ਵੀ ਕਰੋਪੀ ਹੈ। ਨਹੀਂ, ਰੱਬ ਨਹੀਂ ਮਾੜਾ ਕਰਦਾ, ਸਾਡੀਆਂ ਸੋਚਾਂ ਹੀ ਗਲਤ ਹੋ ਗਈਆਂ। ਸਮਾਂ ਮਾੜਾ ਨਹੀਂ ਹੁੰਦਾ, ਸਾਡੀ ਬਿਰਤੀ ਦੇ ਵਿੱਚ ਕਲਯੁਗ ਵੜ ਗਿਆ ਆ ਕੇ, ਕਿਉਂਕਿ ਅਸੀਂ ਸੱਚ ਮੰਨਣ ਅਤੇ ਸੱਚ ਕਬੂਲਣ ਨੂੰ ਤਿਆਰ ਨਹੀਂ ਹਾਂ। ਸੱਚ ਕਬੂਲਣ ਨੂੰ। ਥੋੜ੍ਹੇ ਸਮੇਂ ਦੀ ਪਹਿਲਾਂ ਗੱਲ 19ਵੀਂ ਸਦੀ ਦੀ ਘਟਨਾ ਹੈ। ਗਿਆਨੀ ਦਿੱਤ ਸਿੰਘ ਵਰਗਿਆਂ ਦੀ 4 ਨੌਜਵਾਨ ਨੇ, ਪੜ੍ਹਨ ਵਾਲੇ, ਜਵਾਨੀ ਭਰ ਜ਼ਿੰਦਗੀ, ਅਤੇ ਉਹਨਾਂ ਨੇ ਅਜੇ ਐਲਾਨ ਕੀਤਾ, ਕਹਿੰਦੇ ਕਿ ਅਸੀਂ ਈਸਾਈ ਮਤ ਧਾਰਨ ਕਰਨਾ ਹੈ, ਈਸਾਈ ਬਣਨਾ ਹੈ ਅਸੀਂ। ਅਤੇ ਜਦੋਂ ਐਲਾਨ ਹੀ ਕੀਤਾ ਸੀ, ਅਜੇ ਬਣੇ ਨਹੀਂ ਸੀ, ਅਤੇ ਉਸ ਦਿਨ ਆ ਪੱਗਾਂ ਵਾਲਿਆਂ ਨੂੰ ਨੀਂਦ ਨਹੀਂ ਸੀ ਆਈ ਰਾਤ ਨੂੰ, ਵੀ ਸਾਡੇ ਧਰਮ ਦੇ ਨੌਜਵਾਨ ਹੋ ਕੇ ਹੋਰ ਨੂੰ ਮੰਨਣ, ਇਹ ਕਿਵੇਂ ਹੋ ਸਕਦਾ? ਇੱਕ ਗੱਲ ਸਮਝਿਓ, ਕਿਸੇ ਦੀ ਸੋਚ ਦੇ ਨਾਲ ਜਾਂ ਕਿਸੇ ਨਾਲ ਈਰਖਾ ਨਹੀਂ ਹੈ। ਦਰਦ ਇਸ ਗੱਲ ਦਾ ਕਿ ਅਸੀਂ ਆਪਣਾ ਸਮਝ ਕੇ ਰੱਖੀ। ਕੋਈ ਆਉਂਦਾ ਹੈ ਜਾਂਦਾ, ਸਾਨੂੰ ਉਹਦੇ ਨਾਲ ਵਾਹ ਵਾਸਤਾ ਨਹੀਂ ਹੈ। ਚੀਜ਼ ਉਦੋਂ ਵਿਕਦੀ ਹੈ ਜਦੋਂ ਖਰੀਦਣ ਵਾਲੇ ਹੋਣ। ਜਿਹੜੀ ਚੀਜ਼ ਦਾ ਮੁੱਲ ਪਾਇਆ ਜਾਂਦਾ ਉਹ ਚੀਜ਼ ਵਿਕਦੀ ਹੈ, ਅਤੇ ਜਿਹੜੀ ਚੀਜ਼ ਵਿਕਦੀ ਨਾ ਹੋਵੇ, ਦੁਕਾਨਦਾਰ ਉਹ ਵਾਪਸ ਮੋੜ ਦਿੰਦੇ ਨੇ, ਕਹਿੰਦੇ ਸਾਡੇ ਇੱਥੇ ਵਿਕਦੀ ਨਹੀਂ ਭਾਈ, ਇਹ ਲੈ ਜਾ, ਅਸੀਂ ਲਿਆਉਣੀ ਨਹੀਂ, ਅੱਗੇ ਤੋਂ ਖਰਾਬ ਹੋ ਗਈ ਸਾਡੇ ਪਹਿਲਾਂ ਵਾਲੀ ਪਈ ਹੋਈ। ਅਤੇ ਜਦੋਂ ਅਸੀਂ ਮੁੱਲ ਲਾਉਂਦੇ ਹਾਂ ਨਾ ਉਹਦਾ, ਵਧੀਆ ਰੇਟ 'ਤੇ ਖਰੀਦਦੇ ਹਾਂ, ਚੀਜ਼ ਉਦੋਂ ਵਿਕਦੀ ਹੈ। ਬੜੇ ਹੁੰਦੇ ਨੇ ਵੇਚਣ ਵਾਲੇ ਤਾਂ, ਸਾਡੇ ਕੋਲ ਅੱਗੇ ਕੀ ਆ ਦਿਖਾਉਣਾ ਸੀ, ਉਹ ਹੁੰਦਾ ਵੀ ਮੇਰੇ ਕੋਲ ਇਹਦੇ ਨਾਲੋਂ ਵਧੀਆ ਪਿਆ ਏ। ਤੁਸੀਂ ਝੂਠ ਲਚੁੱਕੀ ਫਿਰੋ, ਸਾਡੇ ਕੋਲ ਬਾਣੀ ਦਾ ਪੱਖ ਪਿਆ ਏ। ਗੁਰਬਾਣੀ ਸਾਨੂੰ ਇਹ ਕਹਿੰਦੀ ਆ ਵੀ ਕਰਨ ਕਰਾਉਣ ਵਾਲਾ ਸਾਰਾ ਕੁਝ ਪਰਮਾਤਮਾ ਹੀ ਹੈ। ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਏ, ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੈ ਕਾਲ। ਪਰ ਅਸੀਂ ਉਹਨਾਂ ਦੇ ਪਿੱਛੇ ਝੰਡੇ ਚੁੱਕ ਕੇ ਤੁਰੇ ਫਿਰਦੇ ਹਾਂ, ਕਹਿੰਦੇ ਜਿਹੜੇ ਮਰੇ ਬੰਦੇ ਨੂੰ ਜਿਉਂਦਾ ਕਰ ਦਿੰਦੇ ਨੇ। ਹੈ ਸੱਚ? ਜਾਂ ਸਾਨੂੰ ਸਮਝ ਨਹੀਂ ਲੱਗਦੀ, ਜਾਂ ਅਸੀਂ ਸਮਝਣਾ ਨਹੀਂ ਚਾਹੁੰਦੇ। ਇੰਨਾ ਕੁ ਤਾਂ ਪਤਾ ਹੀ ਹੈ ਨਾ ਵੀ ਜਿਹੜਾ ਮਰ ਗਿਆ ਜਿਉਂਦਾ ਨਹੀਂ ਹੋ ਸਕਦਾ। ਅਤੇ ਜਿਹੜੇ ਇਹੋ ਜਿਹੇ ਗੱਪ ਸੁਣਾਉਂਦੇ ਨੇ, ਕਿੰਨੇ ਕੁ ਪਾਣੀ 'ਚ ਹੋ ਸਕਦੇ ਨੇ, ਆਪ ਹੀ ਹਿਸਾਬ ਲਾ ਲਿਓ। ਅਤੇ ਜਦੋਂ 4 ਸਿੱਖ ਨੌਜਵਾਨਾਂ ਨੇ ਜਦੋਂ ਇਹ ਗੱਲ ਕਹੀ ਨਾ, ਤਾਂ ਪੱਗਾਂ ਵਾਲਿਆਂ ਨੂੰ, ਸਿੱਖਾਂ ਨੂੰ ਨੀਂਦ ਨਹੀਂ ਆਈ। ਅਤੇ ਖਾਲਸਾ ਕਾਲਜ ਵਰਗੀਆਂ ਸੰਸਥਾਵਾਂ ਪੈਦਾ ਹੋਈਆਂ ਵੀ ਜਿੱਥੋਂ ਸਾਡੀ ਵਿਚਾਰ, ਸਾਡੀ ਪੜ੍ਹਾਈ ਹੋਵੇ। ਖਾਲਸਾ ਕਾਲਜ ਵਰਗੀਆਂ ਸੰਸਥਾਵਾਂ ਗਿਆਨੀ ਦਿੱਤ ਸਿੰਘ ਵਰਗਿਆਂ ਨੇ, ਗਿਆਨੀ ਗੁਰਮੁਖ ਸਿੰਘ ਵਰਗਿਆਂ ਨੇ ਪੈਦਾ ਕੀਤੀਆਂ। ਇਮਾਨਦਾਰੀ ਦੇ ਨਾਲ ਕੋਈ ਵੀਰ ਆ ਕੇ ਦੱਸ ਸਕਦਾ ਵੀ ਸਾਨੂੰ ਆਹ ਦਰਦ ਆ, ਵੀ ਸਾਡੇ ਵੀ ਦਿਮਾਗ ਦੇ ਵਿੱਚ ਵੀ ਸਾਡੇ ਲੋਕ ਕਿਉਂ ਜਾਣ? ਅਸੀਂ ਤਾਂ ਪਹਿਲਾਂ ਅੱਗੇ ਹੋ ਜਾਣਾ ਵੀ ਆਓ ਜੀ ਤੁਹਾਡਾ ਸਵਾਗਤ ਆ। ਕੋਈ ਇੱਥੇ ਲੋਕਾਂ ਨੂੰ ਕਹਿੰਦੇ ਫਿਰਦਾ ਆ ਜਾਓ ਆਪਾਂ ਉੱਥੇ ਚੱਲਦੇ ਹਾਂ, ਕੋਈ ਜ਼ਮੀਨਾਂ ਦੇ ਮਾਫ ਕਰਨਾ, ਮੈਂ ਜਿਹੜਾ ਸਮੇਂ 'ਤੇ ਹੋਵੇ ਮੈਂ ਸੱਚ ਬੋਲਣ ਦਾ ਆਦੀ ਹਾਂ, ਮੈਂ ਟਾਈਮ 'ਤੇ ਬੋਲ ਹੀ ਦਿੰਦਾ ਹੁੰਦਾ। ਕੋਈ ਕਿਵੇਂ ਤੁਰਿਆ ਫਿਰਦਾ ਹੈ? ਅਤੇ ਜਾਣਾ ਸੀ ਗੁਰਦੁਆਰੇ ਵੀ ਹੈ। ਜਿਹੜੀਆਂ ਵਿਚਾਰਧਾਰਾ ਸਾਡੇ ਵਿਰੋਧ ਰੱਖਦੀਆਂ ਨੇ ਨਾ, ਜਿਹੜੇ ਅਗਲੇ ਸਿੱਧੇ ਠੋਕ ਕੇ ਕਹਿੰਦੇ ਨੇ ਵੀ ਜਿਹੜਾ ਸਾਡੇ ਕੋਲ ਆ ਗਿਆ ਮੁੜ ਕੇ ਕਦੇ ਗੁਰਦੁਆਰੇ ਨਹੀਂ ਜਾਂਦਾ ਉਹ, ਅਤੇ ਗੁਰੂ ਨੂੰ ਪਿੱਠ ਦਿਖਾਉਣੀ ਸਮਝ ਲਿਓ ਵੀ ਕਿੰਨਾ 'ਚ ਅਸੀਂ ਆ ਜਾਂਦੇ ਹਾਂ। 3 ਜਾਂ 13 'ਚ ਆ ਜਾਂਦੇ ਹਾਂ। 3 ਜਾਂ 13 'ਚ ਕਿਸੇ ਜੋਗੇ ਨਹੀਂ ਰਹਿਣਾ ਅਸੀਂ, ਕਿਸੇ ਜੋਗੇ ਵੀ। ਅਤੇ ਸਭ ਤੋਂ ਵੱਡੀ ਇੱਕ ਮੈਂ ਬੇਨਤੀ ਜਿਹੜੀ ਲਾਜ਼ਮੀ ਕਰ ਦੇਵਾਂ ਵੀ ਕਿਤੇ ਨਾ ਕਿਤੇ ਹੋ ਸਕਦਾ ਹੈ ਵੀ ਸਾਡੇ ਵਿੱਚ ਘਾਟ ਹੋਵੇ, ਨਹੀਂ ਵੀ ਸਮਾਂ ਲੱਗਦਾ, ਜਾਣਕਾਰੀ ਘੱਟ ਹੋ ਸਕਦੀ ਹੈ, ਸਾਨੂੰ ਨਹੀਂ ਸਮਝ ਹੋ ਸਕਦੇ, ਪ੍ਰਬੰਧਕਾਂ ਦੇ ਵਿੱਚ ਘਾਟ ਹੋ ਸਕਦੀ ਹੈ, ਪਰ ਸਾਡੇ ਮਾਂ-ਬਾਪ ਦੇ ਵਿੱਚ ਤਾਂ ਨਹੀਂ ਕੋਈ ਕਮੀ। ਜੇ ਮਾਂ-ਬਾਪ ਨੂੰ ਸਿੱਖੀ ਬਾਰੇ ਪਤਾ ਹੋਵੇਗਾ ਤਾਂ ਉਹ ਵੀ ਤਾਂ ਦੱਸ ਸਕਦੇ ਨੇ ਨਾ ਬੱਚਿਆਂ ਨੂੰ ਵੀ ਸਾਡੇ ਕੋਲ ਆਹ ਚੀਜ਼ਾਂ ਨੇ। ਬੱਚਿਓ, ਆਪਣੇ ਬੱਚਿਆਂ ਨੂੰ ਆਪਣੇ ਆਲੇ ਦੁਆਲੇ ਦੱਸ ਹੀ ਸਕਦੇ ਹਾਂ। ਅਸੀਂ ਇਹ ਥੋੜ੍ਹੀ ਸੋਚਣਾ ਵੀ ਸਾਨੂੰ ਗੁਰਦੁਆਰੇ ਵਾਲੇ ਦੱਸਣਗੇ ਜਾਂ ਕੋਈ ਬਾਹਰੋਂ ਦੱਸੂ ਆ ਕੇ। ਹਰੇਕ ਨੂੰ ਇਹ ਦਰਦ ਪੈਦਾ ਕਰਨਾ ਪੈਣਾ ਹੈ, ਸੋਚ ਇਹ ਪੈਦਾ ਕਰਨੀ ਪੈਣੀ ਹੈ।
ਸਿੱਖੀ ਵਾਲਾ ਪੱਖ ਮਜ਼ਬੂਤ ਕਰਨਾ ਪੈਣਾ ਹੈ ਤੇ ਇਤਿਹਾਸ ਬਾਰੇ ਜਾਣਨਾ ਪੈਣਾ ਹੈ, ਫਿਰ ਪਤਾ ਲੱਗਣਾ ਹੈ। ਇਹ ਜਿਹੜੀਆਂ ਗੱਲਾਂ ਅੱਜ ਫੈਲਦੀਆਂ ਨੇ ਨਾ, ਇਹਨਾਂ ਦੇ ਨਤੀਜੇ ਬਹੁਤ ਬੁਰੇ ਨਿਕਲਦੇ ਨੇ। ਬਹੁਤੇ ਵੀਰ ਇੱਦਾਂ ਕਹਿੰਦੇ ਵੀ ਨਹੀਂ ਜੀ ਕੀ ਲੋੜ ਆ ਤੁਹਾਨੂੰ ਬੋਲਣ ਦੀ, ਜਿਵੇਂ ਲੋਕ ਜਾਂਦੇ ਨੇ ਮੁੜ ਆਉਣਗੇ। ਕੁਝ ਕੁ ਸੋਚਾਂ ਇਹੋ ਜਿਹੀਆਂ ਹੁੰਦੀਆਂ ਨੇ ਜਿਹੜੀਆਂ ਮੁੜ ਆਉਂਦੀਆਂ ਨੇ, ਪਰ ਕੁਝ ਮੁੜਦੇ ਨਹੀਂ ਹੁੰਦੇ, ਨਹੀਂ ਮੁੜਦੇ। ਅਸੀਂ ਸਿਰਫ ਆਪਣਾ ਦਰਦ ਰੱਖ ਰਹੇ ਹਾਂ, ਅਸੀਂ ਸਿਰਫ ਆਪਣੇ ਸ਼ਹੀਦਾਂ ਨੂੰ ਯਾਦ ਰੱਖ ਕੇ ਉਹਨਾਂ ਦੀਆਂ ਸ਼ਹੀਦੀਆਂ ਦੇ ਨਾਲ ਇਮਾਨਦਾਰੀ ਰੱਖ ਰਹੇ ਹਾਂ। ਅਸੀਂ ਕਿਸੇ ਦੇ ਨਾਲ ਵਿਰੋਧ ਕਰਨ ਨਹੀਂ ਜਾਂਦੇ, ਪਰ ਆਪਦਾ ਇਤਿਹਾਸ, ਆਪਣੇ ਗੁਰੂਆਂ ਨੂੰ, ਉਹਨਾਂ ਦੀਆਂ ਸ਼ਹੀਦੀਆਂ ਨੂੰ, ਛੋਟੇ ਛੋਟੇ ਬੱਚਿਆਂ ਨੂੰ ਯਾਦ ਕਰਕੇ ਅਸੀਂ ਉਹ ਗੱਲ ਸਾਹਮਣੇ ਰੱਖ ਰਹੇ ਹਾਂ ਵੀ ਆਪਣੀ ਸਮਝ ਲਓ। ਅਸੀਂ ਹੋਰਾਂ ਨੂੰ ਸਮਝਾਉਣ ਨਹੀਂ ਜਾਂਦੇ, ਆਪਦੇ ਘਰ ਹੀ ਸਮਝਾ ਰਹੇ ਹਾਂ ਅਸੀਂ ਵੀ ਸਮਝ ਜਾਈਏ, ਸਾਨੂੰ ਕਿਤੇ ਜਾਣ ਦੀ ਲੋੜ ਨਹੀਂ ਹੈ। ਤਾਂ ਗੁਰੂ ਨੇ ਡਿਊਟੀ ਲਾਈ ਹੈ, ਠੀਕ ਹੈ ਵੀ ਗੁਰੂ ਕਰਕੇ ਵਜ਼ੀਰ ਬਣੇ ਆ, ਪ੍ਰਚਾਰਕ ਬਣੇ ਆ, ਜਿੰਨੀ ਕੁ ਮੱਤ ਆਉਂਦੀ ਹੈ ਸਾਂਝੇ ਕਰੀਦਾ ਹੈ, ਜਿੰਨਾ ਕੁ ਪਤਾ ਲੱਗਦਾ। ਪਰ ਇਹ ਜਿਹੜੀਆਂ ਸੋਚਾਂ ਨੇ ਮਾਰਾਂ ਵੱਡੀਆਂ ਨੇ, ਸਿੱਖੀ 'ਤੇ ਮਾਰਾਂ ਨੇ। ਜਿਹੜਾ ਪੰਜਾਬ ਗੁਰਾਂ ਦੇ ਨਾਂ 'ਤੇ ਵਸਦਾ ਸੀ ਨਾ, ਪੰਜਾਬ ਦੇ ਹਰੇਕ ਪਿੰਡ ਪਿੰਡ ਦੇ ਵਿੱਚ ਅਗਲੇ ਆਪਣੀਆਂ ਧਰਮ ਸੰਸਥਾਵਾਂ ਬਣਾ ਰਹੇ ਨੇ, ਪ੍ਰਚਾਰ ਕਰ ਰਹੇ ਨੇ, ਕੇਂਦਰ ਖੋਲ੍ਹ ਰਹੇ ਨੇ। ਅਤੇ ਤੁਸੀਂ ਇਹ ਵੇਖੋ ਵੀ ਅਸੀਂ ਕਿੱਥੋਂ ਕੁ ਤੱਕ ਜਾ ਰਹੇ ਹਾਂ। ਹਾਲਾਂਕਿ ਸਾਡੇ ਕੋਲ ਤਾਂ ਪਹਿਲਾਂ ਹੀ ਬਣੇ ਹੋਏ ਨੇ। ਮੈਂ ਪਹਿਲਾਂ ਕਿਹਾ ਵੀ ਸਾਡੇ ਕੋਲ ਤਾਂ 3 ਗੁਰਦੁਆਰੇ ਨੇ। ਪ੍ਰਚਾਰ ਕਿੰਨਾ ਕੁ ਹੈ, ਗੱਲ ਕਿੰਨੀ ਕੁ ਸੰਗਤਾਂ ਤੱਕ ਗਈ ਹੈ। ਜੇ ਅਗਲਾ ਇੱਕ ਦਿਨ ਆ ਕੇ ਸਾਡੇ 100 ਬੰਦੇ ਜੋੜ ਕੇ ਲੈ ਜਾਂਦਾ ਇਹ ਤਾਂ ਰਹਿੰਦੀ ਇੱਥੇ ਆ। ਤੜਕੇ ਹੱਥ ਨੇ ਅਸੀਂ ਸਪੀਕਰ ਉੱਚੀ ਉੱਚੀ ਲਾ ਕੇ ਗੱਲਾਂ ਵੀ ਕਰਦੇ ਹਾਂ, ਬੋਲਦੇ ਵੀ ਹਾਂ, ਪ੍ਰੋਗਰਾਮ ਵੀ ਸਾਡੇ ਹੁੰਦੇ ਰਹਿੰਦੇ ਨੇ। ਇਹਨਾਂ ਗੱਲਾਂ ਨੂੰ ਸਮਝੋ, ਆਪ ਸਮਝਣ ਦਾ ਯਤਨ ਕਰਿਆ ਕਰੋ। ਸਿਰਫ ਪ੍ਰਬੰਧਕਾਂ 'ਤੇ ਜਾਂ ਗੁਰੂ ਕਿਹਾ ਵਜ਼ੀਰਾਂ ਦੇ ਉੱਤੇ, ਪ੍ਰਚਾਰਕਾਂ ਦੇ ਉੱਤੇ ਨਾ ਛੱਡ ਦਿਆ ਕਰੋ। ਕੋਈ ਦੱਸੇਗਾ ਖੁਦ ਵੀ ਪੜ੍ਹੀਏ, ਖੁਦ ਵੀ ਵਿਚਾਰੀਏ। ਇਹ ਨਾ ਹੋਵੇ ਵੀ ਕੋਈ ਹਰੇਕ ਸਾਨੂੰ ਆ ਕੇ ਫੜ ਕੇ ਲੈ ਜਾਵੇ। ਇਹ ਵਿਚਾਰਧਾਰਾ ਉਹਨਾਂ ਟਾਈਮਾਂ ਦੇ ਵਿੱਚ ਵੀ ਸੀਗੀਆਂ ਜਦੋਂ ਸਿੱਖ ਜਾਗਦਾ ਹੁੰਦਾ ਸੀ, ਜਦੋਂ ਸਿੱਖ ਨੂੰ ਆਪਣੇ ਪੰਥ ਦਾ ਦਰਦ ਸੀ। ਪਰ ਅੱਜ ਸਾਡੇ ਵਿੱਚੋਂ ਦਰਦ ਖਤਮ ਹੋ ਗਿਆ। ਸ਼ਹਾਦਤਾਂ ਅਸੀਂ ਮਨਾਉਂਦੇ ਹਾਂ, ਉਹਨਾਂ ਗੱਲਾਂ ਨੂੰ ਮੰਨਦੇ ਨਹੀਂ ਹੈਗੇ। ਅਸੀਂ ਉਹਨਾਂ ਦੇ ਯਾਦ ਕਰਦੇ ਹਾਂ, ਉਹਨਾਂ ਦੇ ਦਿਹਾੜੇ ਜ਼ਰੂਰ ਮਨਾ ਲੈਂਦੇ ਹਾਂ। ਅਸੀਂ ਸੁਣ ਕੇ ਇੱਕ ਦਿਨ ਦੇ ਲਈ, ਘੰਟੇ ਦੇ ਲਈ ਦੁਖੀ ਜ਼ਰੂਰ ਹੋ ਜਾਂਦੇ ਹਾਂ, ਪਰ ਉਹ ਦੁੱਖ ਬਾਹਰ ਜਾ ਕੇ ਸਾਡੇ ਨਿਕਲ ਹੀ ਕਿਧਰੇ ਜਾਂਦਾ ਹੈ। ਅਤੇ ਸਭ ਤੋਂ ਬੇਨਤੀ ਮੈਂ ਵੱਡੀ ਕਰਾਂ, ਜੇ ਆਪਣੇ ਬੱਚੇ ਦੀ ਜੀਵਨ ਬਣਾਉਣਾ ਹੋਵੇ ਨਾ, ਤਾਂ ਸਭ ਤੋਂ ਵੱਡਾ ਰੋਲ ਮਾਂ ਦਾ ਹੈ। ਅਤੇ ਮਾਂ ਦੀ ਜਿਹੜੀ ਅਸੀਸ ਹੁੰਦੀ ਹੈ ਨਾ, ਉਹ ਕਦੇ ਖਾਲੀ ਨਹੀਂ ਜਾਂਦੀ। ਪਾਵਨ ਗੁਰਬਾਣੀ ਦੇ ਵਿੱਚ ਬੋਲ ਜਿਹੜੇ ਵੀਰ ਪੜ੍ਹਨ ਵਾਲੇ ਨੇ, ਪੂਤਾ ਮਾਤਾ ਕੀ ਅਸੀਸ, ਮੈਂ ਸੋਚਦਾ ਵੀ ਮਾਂ ਹੀ ਕਿਉਂ ਲਿਖਿਆ। ਹਾਲਾਂਕਿ ਪਿਤਾ ਵੀ ਤਾਂ ਰੱਬ ਦਾ ਰੂਪ ਹੀ ਹੈ ਨਾ, ਸਾਰੇ ਰਿਸ਼ਤੇ ਵੀ ਰੱਬ ਦੇ ਰੂਪ ਹੀ ਨੇ, ਪਰ ਮਾਂ ਨੂੰ ਗੁਰੂ ਸਾਹਿਬ ਨੇ ਬੜਾ ਨੇੜਿਓਂ ਵੇਖਿਆ। ਆਪਾਂ ਕਹਿੰਦੇ ਵੀ ਮਾਂ ਰੱਬ ਦਾ ਦੂਜਾ ਰੂਪ ਹੈ, ਰੱਬ ਦੇ ਬਰਾਬਰ ਆ। ਵੀ ਉਹਦੀ ਸਿੱਖਿਆ ਕਦੇ ਮਾੜੀ ਨਹੀਂ ਹੋ ਸਕਦੀ, ਸਿੱਖਿਆ ਉਹਦੀ ਗਲਤ ਨਹੀਂ ਹੋ ਸਕਦੀ। ਅਤੇ ਜੇ ਕਿਤੇ ਮਾਂ ਬੱਚੇ ਨੂੰ ਸਮਝਾਵੇ ਨਾ, ਤਾਂ ਮੈਂ ਕਹਿੰਦਾ ਵੀ ਉਹ ਸਾਥੋਂ ਵੀ ਨਹੀਂ ਸਮਝਾਇਆ ਜਾ ਸਕਦਾ ਜਿਹੜੀ ਗੱਲ ਮਾਂ ਬੱਚੇ ਨੂੰ ਸਮਝਾਵੇਗੀ। ਜਿਹੜੇ ਤਰੀਕੇ ਨਾਲ ਮਾਂ ਤਾਂ ਉਹਦੇ ਜੰਮਦੇ ਦੀਆਂ ਹਰਕਤਾਂ ਪਰਖ ਲੈਂਦੀ ਹੈ ਵੀ ਚਾਹੁੰਦਾ ਕੀ ਹੈ, ਉਹਦੀ ਤੋਤਲੀ ਆਵਾਜ਼ ਪਰਖਣ ਲੱਗ ਪੈਂਦੀ ਹੈ, ਉਹਨੂੰ ਪਤਾ ਲੱਗ ਜਾਂਦਾ ਹੈ। ਕਿੱਡਾ ਪਿਆਰਾ ਰਿਸ਼ਤਾ ਹੈ, ਰੂਹਾਂ ਦਾ ਰਿਸ਼ਤਾ ਨਹੀਂ ਹੈਗਾ ਬੱਚੇ ਨਾਲ ਮਾਂ ਦਾ। ਅਤੇ ਮਾਂ ਕਿਤੇ ਸਮਝਾਵੇ ਬੱਚੇ ਨੂੰ, ਉਹ ਗੱਲ ਹੀ ਵਿਲੱਖਣਤਾ ਦੀ ਹੋਵੇਗੀ। ਅਤੇ ਕਿਤੇ ਮਾਂ ਸਮਝਾਵੇ, ਅਤੇ ਮਾਂ ਆਪਣਾ ਫਰਜ਼ ਸਮਝੇ ਵੀ ਬੱਚੇ ਨੂੰ ਮੈਂ ਸਮਝਾਉਣਾ, ਸਿੱਖ ਮੈਂ ਬਣਾਉਣਾ। ਅਤੇ ਜੇ ਕਿਤੇ ਲੱਗਦਾ ਹੋਵੇ ਨਾ ਵੀ ਮੈਂ ਦੱਸਾਂ ਕਿਵੇਂ, ਤਾਂ ਉਹ ਕਦੇ ਇਤਿਹਾਸ ਦੇ ਬੋਲ ਯਾਦ ਕਰ ਲਿਆ ਕਰੋ। ਜਦੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਧਰਮ ਸਪਤਨੀ ਮਹਾਰਾਣੀ ਜਿੰਦ ਕੌਰ ਦਲੀਪ ਸਿੰਘ ਨੂੰ ਮਿਲਦੀ ਹੈ ਨਾ, ਕਿਉਂਕਿ ਬਚਪਨ ਦੇ ਵਿੱਚ ਉਹਨੂੰ ਲੈ ਕੇ ਚਲੇ ਗਏ ਸੀ, ਕਹਿੰਦੇ ਵੀ ਇੱਥੇ ਇਹ ਸੇਫ ਨਹੀਂ ਹੈ, ਇਹਨੂੰ ਲਿਜਾਣੇ ਅਸੀਂ ਪੜ੍ਹਾਈ ਕਰਾ ਦੇਣੀ। ਉਹਨਾਂ ਨੂੰ ਪਤਾ ਸੀ ਵੀ ਇਹਨਾਂ ਦਾ ਜੇ ਰਾਜਾ ਬਦਲ ਗਿਆ ਤਾਂ ਸਾਡਾ ਧਰਮ ਆਪਣੇ ਆਪ ਹੀ ਫੈਲ ਜਾਣਾ। ਤਾਂ ਉਹ ਲੈ ਕੇ ਗਏ ਬਾਹਰ, ਪੜ੍ਹਿਆ ਲਿਖਿਆ, ਉਵੇਂ ਦਾ ਬਣ ਗਿਆ, ਉਵੇਂ ਦਾ ਰਹਿਣ ਸਹਿਣ ਹੋ ਗਿਆ। ਅਤੇ ਜਿੱਦਣ ਨੌਜਵਾਨ 18-19 ਸਾਲ ਦਾ ਮਾਂ ਦੇ ਸਾਹਮਣੇ ਆਇਆ ਨਾ, ਮਾਂ ਨੂੰ ਹਾਲਾਂਕਿ ਦਿੰਦਾ ਨਹੀਂ ਹੈ, ਪਰ ਮਾਂ ਨੇ ਜਦੋਂ ਮਹਿਸੂਸ ਕੀਤਾ, ਸਿਰ 'ਤੇ ਹੱਥ ਫੇਰਿਆ, ਮੂੰਹ 'ਤੇ ਹੱਥ ਫੇਰਿਆ, ਅਤੇ ਸਭ ਤੋਂ ਵੱਡਾ ਦੁੱਖ ਉਦਣ ਲੱਗਿਆ ਮਾਂ ਨੂੰ, ਸਭ ਤੋਂ ਵੱਡਾ ਦੁੱਖ। ਕਿਉਂਕਿ ਕੇਸ ਨਹੀਂ ਹੈਗੇ, ਦਾੜੀ ਹੈ ਨਹੀਂ ਹੈ, ਨਿਸ਼ਾਨ ਨਹੀਂ ਹੈਗੇ ਸਿੱਖੀ ਦੇ ਪਹਿਨੇ ਹੋਏ ਸਰੀਰ ਦੇ ਉੱਤੇ। ਅਤੇ ਤੁਹਾਨੂੰ ਪਤਾ ਹੈ, ਤੁਸੀਂ ਪਹਿਲਾਂ ਵੀ ਸਮਝੇ ਹੋਣਾ। ਅਤੇ ਮਾਂ ਨੇ ਜਿਹੋ ਜਿਹੇ ਬੋਲ ਬੋਲੇ ਨਾ, ਅਤੇ ਦਲੀਪ ਸਿੰਘ
ਦੇ ਹੰਝੂ ਨਾ ਰੁਕੇ ਮਾਂ ਦੀ ਮਮਤਾ ਦੇ ਸਾਹਮਣੇ। ਮਾਂ ਨੇ ਅਹਿਸਾਸ ਕਰਾ ਦਿੱਤਾ ਵੀ ਸਿੱਖੀ ਚੀਜ਼ ਕੀ ਹੈ, ਤੇ ਉਦਾਹਰਣ ਬਣ ਗਏ, ਇਤਿਹਾਸ ਦੇ ਪੰਨਿਆਂ 'ਤੇ ਦਰਜ ਹੋ ਗਏ। ਵੀ ਉਸ ਤੋਂ ਬਾਅਦ ਦਲੀਪ ਸਿੰਘ ਨੇ ਕਦੇ ਕੇਸ ਕਤਲ ਨਹੀਂ ਕਰਾਏ, ਤੇ ਮਰਨ ਲੱਗਿਆ ਸਿੱਖੀ ਸਰੂਪ ਦੇ ਵਿੱਚ ਮਰਿਆ ਇਹ ਦਲੀਪ ਸਿੰਘ, ਮਰਨ ਲੱਗਿਆ। ਹਾਲਾਂਕਿ ਅਗਲੇ ਨੇ ਬਹੁਤ ਪੜ੍ਹਾਈ ਕਰਾਤੀ ਹੋਣੀ ਆ, ਉਹਦੀ ਬਹੁਤ ਕੁਝ ਦੱਸਤਾ ਹੋਣਾ, ਕ੍ਰਿਸਚਨ ਬਣ ਗਿਆ ਸੀ ਜਾ ਕੇ, ਪਰ ਮਾਂ ਦੀ ਮਮਤਾ ਦੇ ਅੱਗੇ ਕੁਝ ਵੀ ਨਹੀਂ ਹੈ। ਜਿਹੜਾ ਕੁਝ ਮਾਂ ਦੱਸੇਗੀ ਨਾ ਬੱਚਾ ਕਰੇਗਾ ਹੀ ਉਹ। ਤੇ ਕਵੀ ਨੇ ਬੜੇ ਪਿਆਰੇ ਬੋਲ ਬੋਲੇ ਨੇ। ਅੱਗੇ ਸਮਾਂ ਇਜਾਜ਼ਤ ਨਹੀਂ ਦਿੰਦਾ, ਬਸ ਕੁਝ ਕੁ ਲਾਈਨਾਂ ਨੇ ਉਹ ਪੇਸ਼ ਕਰਕੇ ਸਮਾਪਤੀ ਕਰਨੀ ਹੈ। ਤੇ ਬੜਾ ਪਿਆਰਾ ਕਵੀ ਨੇ ਲਿਖਿਆ ਹੈ, ਤੇ ਮਹਾਰਾਣੀ ਜਿੰਦ ਕੌਰ ਦਲੀਪ ਸਿੰਘ ਨੂੰ ਆਖਦੀ ਹੈ, ਕਹਿੰਦੀ ਵੇ ਤੂੰ ਪੁੱਤ ਸੈਂ ਸੰਤ ਸਿਪਾਹੀਆਂ ਦਾ। ਸੰਤ ਸਿਪਾਹੀਆਂ ਦਾ ਪੁੱਤਰ ਸੀ, ਕਲਗੀਆਂ ਵਾਲੇ ਦਾ ਪੁੱਤਰ ਸੀ। ਵੇ ਤੂੰ ਪੁੱਤ ਸੈਂ ਸੰਤ ਸਿਪਾਹੀਆਂ ਦਾ, ਤੇਰੇ ਗਾਤਰੇ ਪਾਈ ਕਿਰਪਾਨ ਹੈ ਨਹੀਂ। ਤੇਰੇ ਗਾਤਰੇ ਪਾਈ ਹੋਈ ਕਿਰਪਾਨ ਹੈ ਨਹੀਂ, ਅੱਜ ਤੇਰੇ ਕਕਾਰ ਹੈ ਨਹੀਂ। ਕਸ਼ ਕੇਸ਼ ਕੜਾ ਕਿਰਪਾਨ ਕੰਗਾ, ਸਿੱਖੀ ਚਿੰਨ੍ਹਾਂ ਦਾ ਨਿਸ਼ਾਨ ਹੈ ਨਹੀਂ। ਵੇ ਤੈਨੂੰ ਈਸਾ ਦੀ ਸੂਲੀ ਤਾਂ ਯਾਦ ਰਹਿ ਗਈ, ਭੁੱਲੇ ਤਵੀ 'ਤੇ ਤਾਰੀਆਂ ਲਾਉਣ ਵਾਲੇ, ਆਪਣੇ ਹੱਥੀਂ ਬੱਚੇ ਕਹਾਉਣ ਵਾਲੇ, ਚੌਂਕ ਚਾਂਦਨੀ ਵਿੱਚ ਸੀਸ ਕਟਵਾਉਣ ਵਾਲੇ। ਤੈਨੂੰ ਭੁੱਲ ਗਏ ਉਹ ਸਾਰੇ, ਇੱਕ ਸ਼ਹਾਦਤ ਤੇਰੇ ਯਾਦ ਰਹੇਗੀ। ਇੱਥੇ ਤੂੰ ਵੇਖ ਇਹੋ ਜਿਹੇ ਬੜੇ ਨੇ ਸੂਲੀਆਂ 'ਤੇ ਚੜ੍ਹਨ ਵਾਲੇ, ਬੜੇ ਨੇ ਇੱਥੇ ਸ਼ਹਾਦਤਾਂ ਪ੍ਰਾਪਤ ਕਰਨ ਵਾਲੇ, ਬਹੁਤ ਨੇ ਇੱਧਰ, ਤਾਂ ਤੈਨੂੰ ਇੱਕ ਯਾਦ ਰਹਿ ਗਿਆ। ਤੇ ਇੱਥੇ ਤਾਂ ਬਹੁਤ ਨੇ, ਤੂੰ ਉਹਨਾਂ ਨੂੰ ਕਿਉਂ ਨਹੀਂ ਯਾਦ ਕਰਦਾ? ਤੇ ਸਾਡੇ ਵੀ ਹਾਲਾਤ ਅੱਜ ਉਹੀ ਨੇ, ਸਾਨੂੰ ਇੱਕ ਯਾਦ ਰਹਿ ਜਾਂਦਾ ਪਰ ਬਹੁਤੇ ਭੁੱਲ ਜਾਂਦੇ ਨੇ। ਤੇ ਕਿਸੇ ਇਹ ਵੀਰ ਦੇ ਬੋਲ ਨੇ, ਕਿਸੇ ਕ੍ਰਿਸਚਨ ਵੀਰ ਦੇ ਨੇ, ਉਹ ਕਹਿੰਦੇ ਵੀ ਸਾਡਾ ਇੱਕੋ ਹੀ ਸ਼ਹੀਦ ਹੋਇਆ ਗੌਡ ਈਸਾ। ਕਹਿੰਦੇ ਅਸੀਂ ਦੁਨੀਆ ਦੇ ਵਿੱਚ ਘਰ ਘਰ ਤੱਕ ਪ੍ਰਚਾਰ ਕਰ ਦਿੱਤਾ, ਪਰ ਕਹਿੰਦੇ ਜਿੰਨੇ ਤੁਹਾਡੇ ਸ਼ਹੀਦ ਨੇ ਨਾ, ਜੇ ਤੁਸੀਂ ਕਦੇ ਉਹਨਾਂ ਦਾ ਪ੍ਰਚਾਰ ਕੀਤਾ ਹੁੰਦਾ ਤਾਂ ਦੁਨੀਆ 'ਤੇ ਰਾਜ ਕਰ ਲੈਣਾ ਸੀ ਅੱਜ। ਸਾਡਿਆਂ ਦੀ ਤਾਂ ਗਿਣਤੀ ਹੈ ਨਹੀਂ, ਸਾਡਿਆਂ ਦੀ ਤਾਂ ਗਿਣਤੀ ਹੈ ਨਹੀਂ ਵੀ ਕੋਈ ਗਿਣ ਲੱਗੇ ਵੀ ਕਿੰਨੇ ਕੁ ਖਤਮ ਹੋਏ ਨੇ। ਅਰਦਾਸ ਦੇ ਵਿੱਚ ਆਪਾਂ ਪੜ੍ਹਦੇ ਹਾਂ ਨਾ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ, ਸੀਸ ਦਿੱਤੇ। ਮਤਲਬ ਚਾਂਦਨੀ ਚੌਂਕ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਨੇ ਸੀਸ ਦਿੱਤਾ। ਇੱਥੇ ਬਹੁ ਵਚਨ 'ਚ ਆ ਰਿਹਾ ਵੀ ਜਿਨ੍ਹਾਂ ਸਿੰਘਾਂ ਹੋਰ ਸਕਦਾ ਵੀ ਕਿੰਨਿਆਂ ਕੁ ਨੇ ਸੀਸ ਕਟਾਏ ਹੋਣ। ਚਰਖੀਆਂ 'ਤੇ ਸਾਡੇ ਸਾਹਮਣੇ ਦੋ ਹੀ ਸ਼ਹਾਦਤ ਆਉਂਦੀਆਂ ਨੇ, ਸ਼ਾਹਬਾਜ਼ ਸਿੰਘ ਦੀ ਅਤੇ ਸੁਬੇਗ ਸਿੰਘ ਦੀ। ਹੋ ਸਕਦਾ ਕਿੰਨੇ ਕੁ ਚੜ੍ਹੇ ਹੋਣ, ਚਰਖੀਆਂ 'ਤੇ ਚੜ੍ਹੇ, ਆਰਿਆਂ ਨਾਲ ਚੀਰੇ ਗਏ, ਬੜੇ ਆਏ। ਪਰ ਮਾਂ ਕਹਿੰਦੀ ਵੀ ਤੈਨੂੰ ਈਸਾ ਦੀ ਸੂਲੀ ਤਾਂ ਯਾਦ ਰਹਿ ਗਈ, ਭੁੱਲੇ ਤਵੀ 'ਤੇ ਤਾਰੀਆਂ ਲਾਉਣ ਵਾਲੇ, ਆਪਣੇ ਹੱਥੀਂ ਬੱਚੇ ਕਹਾਉਣ ਵਾਲੇ, ਤੈਨੂੰ ਸਾਰੇ ਭੁੱਲ ਗਏ। ਤੇ ਅੱਗੇ ਜਿਹੜੀ ਉਹਨਾਂ ਨੇ ਗੱਲ ਰੱਖੀ, ਕਹਿੰਦੇ ਵੀ ਚੰਗਾ ਹੁੰਦਾ ਜੇ ਤੂੰ ਧਰਮ ਤੋਂ ਜਾਣ ਦਿੰਦਾ, ਚੰਗਾ ਹੋ ਜਾਂਦਾ ਜੇ ਤੂੰ ਧਰਮ ਤੋਂ ਜਾਣ ਦਿੰਦਾ। ਮਰ ਤਾਂ ਤੂੰ ਮੇਰੇ ਲਈ ਗਿਆ ਹੀ ਹੈ, ਪਰ ਜੇ ਜਾਣ ਧਰਮ ਲਈ ਦਿੰਦਾ ਤਾਂ ਬਹੁਤ ਚੰਗਾ ਹੋਣਾ ਸੀ। ਵੇ ਚੰਗਾ ਹੁੰਦਾ ਧਰਮ ਤੋਂ ਜਾਣ ਦਿੰਦਾ, ਰਹਿੰਦੀ ਗੁਰੂ ਨੂੰ ਮੂੰਹ ਦਿਖਾਉਣ ਜੋਗੀ, ਭੜਕਦੀ ਰੂਹ ਨਾ ਸ਼ੇਰੇ ਪੰਜਾਬ ਦੀ, ਰਹਿੰਦੀ ਸਿੱਖ ਦੀ ਮਾਂ ਖਵਾਉਣ ਵਾਲੀ। ਮੈਨੂੰ ਇੰਨਾ ਹੀ ਬਹੁਤ ਸੀ, ਮੈਂ ਸਿੱਖ ਦੀ ਮਾਂ ਖਵਾਉਂਦੀ। ਅਤੇ ਆਹ ਦਰਦ ਜਿੱਦਣ ਹਰੇਕ ਮਾਂ ਦੇ ਅੰਦਰ ਪੈਦਾ ਹੋ ਗਿਆ ਨਾ ਵੀ ਮੈਂ ਸਿੱਖ ਦੀ ਮਾਂ ਖਵਾਵਾਂ, ਤਾਂ ਘਰ ਘਰ ਦੇ ਵਿੱਚ ਸਿੱਖੀ ਦੇ ਬੂਟੇ ਪੈਦਾ ਹੋ ਜਾਣਗੇ। ਬੱਚੇ ਸਿੱਖੀ ਸਰੂਪ ਤੋਂ ਕਦੇ ਪਤਤ ਨਹੀਂ ਹੋਣਗੇ ਜਿੱਦਣ ਆਹ ਦਰਦ ਪੈਦਾ ਹੋ ਗਿਆ। ਅਤੇ ਇਹ ਗੱਲਾਂ ਸਾਂਝੀਆਂ ਤਾਂ ਕਰੀਆਂ ਨੇ ਵੀ ਅਸੀਂ ਗੱਲਾਂ ਨੂੰ ਸਮਝੀਏ। ਸਿਰਫ ਅੱਜ ਪਹੁੰਚੇ ਹਾਂ ਅਤੇ ਬਣਾ ਕੇ ਦਿਹਾੜੇ ਘਰੇ ਨਾ ਪਹੁੰਚ ਜਾਈਏ, ਅਤੇ ਇੱਥੋਂ ਸਿੱਖਿਆ ਵੀ ਲੈ ਕੇ ਜਾਓ। ਘਰਾਂ ਦੇ ਵਿੱਚ ਪੋਥੀਆਂ ਗੁਟਕੇ ਸਾਹਿਬ ਸਾਡੇ ਹੋਣੇ ਚਾਹੀਦੇ ਨੇ। ਅਗਲੇ ਤਾਂ ਕਾਗਜ਼ ਫੜਾ ਕੇ ਸਾਨੂੰ ਨਾਲ ਜੋੜ ਲੈਂਦੇ ਨੇ, ਅਸੀਂ ਘਰਾਂ ਦੇ ਵਿੱਚੋਂ ਗੁਟਕੇ ਕੱਢ ਮਾਰੇ ਵੀ ਗੁਰਦੁਆਰੇ ਧਰੇ ਹੀ, ਸਾਨੂੰ ਤਾਂ ਲੋੜ ਹੀ ਨਹੀਂ, ਕੋਈ ਪੜ੍ਹਦਾ ਹੀ ਨਹੀਂ ਹੈ। ਘਰਾਂ ਦੇ ਵਿੱਚ ਰੱਖੀਏ ਤਾਂ ਸਹੀ, ਕਦੇ ਤਾਂ ਚੱਕਾਂਗੇ, ਪੜ੍ਹਾਂਗੇ ਤਾਂ ਸਹੀ। ਮੇਲਿਆਂ ਮੂਲਿਆਂ 'ਤੇ ਜਾਂਦੇ ਅਸੀਂ, ਹੋਰ ਚੀਜ਼ਾਂ ਬੜੀਆਂ ਖਰੀਦ ਲੈਂਦੇ ਹਾਂ, ਕਦੇ ਇਤਿਹਾਸ ਦੀਆਂ ਪੁਸਤਕਾਂ ਲੈ ਕੇ ਤਾਂ ਆਈਏ, ਇਤਿਹਾਸ ਨੂੰ ਪੜ੍ਹੀਏ ਤਾਂ ਸਹੀ। ਉਹਨਾਂ ਚੀਜ਼ਾਂ ਨੂੰ ਘਰੇ ਲਿਆ ਕੇ ਰੱਖੋ।
ਤਾਂ ਹੀ ਸਿੱਖੀ ਦੀ ਵਿਚਾਰਧਾਰਾ ਫੈਲ ਸਕਦੀ ਹੈ, ਘਰਾਂ ਘਰਾਂ ਤੱਕ ਪਹੁੰਚ ਸਕਦੀ ਹੈ। ਜਿਹੜੇ ਗੁਰਦੁਆਰੇ ਬਣੇ ਹੋਏ ਨੇ ਇਹ ਸਿਰਫ ਇਮਾਰਤਾਂ ਦੇਖਣ ਵਾਸਤੇ ਨਹੀਂ, ਇਹਨਾਂ ਤੋਂ ਲਾਹੇ ਵੀ ਲੈਣੇ ਨੇ ਅਸੀਂ, ਇੱਥੇ ਜੁੜ ਮਿਲ ਬੈਠਣਾ ਵੀ ਹੈ। ਤਾਂ ਹੀ ਭਾਈ ਅਸੀਂ ਸਾਡੇ ਇਤਿਹਾਸ ਦੇ ਨਾਲ, ਗੁਰਬਾਣੀ ਦੇ ਨਾਲ ਜੁੜ ਸਕਦੇ ਹਾਂ। ਸੋ ਸਤਿਗੁਰੂ ਰਹਿਮਤ ਕਰਨ, ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੀ ਸ਼ਹੀਦੀ ਅਤੇ ਜੋ ਹੋਰ ਪੱਖ ਨੇ ਆਪਾਂ ਸਾਹਮਣੇ ਰੱਖੇ ਨੇ ਵੀ ਜਦੋਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਸਿੱਖੀ ਦੀ ਗੱਲ ਘਰਾਂ ਘਰਾਂ ਤੱਕ ਪਹੁੰਚਾਈ ਅਤੇ ਤਸੀਹੇ ਕਿਹੋ ਜਿਹੇ ਸਹਿਣੇ ਪਏ ਨੇ, ਤਾਂ ਉਹਨਾਂ ਗੱਲਾਂ ਨੂੰ ਯਾਦ ਕਰਕੇ ਸਿੱਖੀ ਦੀ ਗੱਲ ਗੁਰੂ ਦੇ ਨਾਲ ਇਮਾਨਦਾਰੀ ਰੱਖਦਿਆਂ ਹੋਇਆਂ ਸਿੱਖੀ ਦੀ ਗੱਲ ਆਪਣੇ ਬੱਚਿਆਂ ਤੱਕ ਪਹੁੰਚਾਈਏ ਅਤੇ ਮਾਂ ਆਪਣਾ ਰੋਲ ਬਖੂਬੀ ਨਿਭਾਵੇ। ਸਤਿਗੁਰੂ ਰਹਿਮਤ ਕਰਨ, ਬੋਲਦਿਆਂ ਪਾਸੋਂ, ਇਤਿਹਾਸ ਨੂੰ ਵਾਚਦਿਆਂ ਪਾਸੋਂ ਅਨੇਕਾਂ ਭੁੱਲਾਂ ਹੋਣੀਆਂ ਸੁਭਾਵਿਕ ਨੇ। ਪ੍ਰਬੰਧਕਾਂ ਦਾ ਬਹੁਤ ਧੰਨਵਾਦ ਜੋ ਸਮਾਂ ਦਿੱਤਾ ਹੈ, ਆਪ ਸੰਗਤਾਂ ਦਾ ਬਹੁਤ ਧੰਨਵਾਦ, ਬੜੇ ਵਿਸਥਾਰ ਪਿਆਰ ਦੇ ਨਾਲ ਸਮਝਿਆ ਹੈ, ਬੈਠ ਕੇ ਸ਼ਰਵਣ ਕੀਤਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ